ਵਿਜ਼ਨ ਪੰਜਾਬ ਟੀਵੀ ਕੈਨੇਡਾ ਨੂੰ ਔਨ ਕਰ ਚੁੱਕੇ ਸਾਰੇ ਹੀ ਪਰਿਵਾਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਨਿੱਘੀ ਜੀ ਆਇਆਂ। ਤੁਹਾਡਾ ਹੋਸਟ ਦੋਸਤ ਨਰਿੰਦਰ ਸਿੰਘ ਜਸਵਾਲ। ਪਿਆਰ ਨਾਲ ਤੁਸੀਂ ਮੰਗਾ ਵੀ ਕਹਿੰਦੇ ਹੋ ਪ੍ਰੋਗਰਾਮ ਪਰਿਵਾਰਿਕ ਸਾਂਝ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਜੀ। ਪਰਿਵਾਰਿਕ ਸਾਂਝ ਪ੍ਰੋਗਰਾਮ ਵਿਜ਼ਨ ਪੰਜਾਬ ਟੀਵੀ ਦੀ ਪੇਸ਼ਕਸ਼, ਜਿਸ ਨੂੰ ਤੁਸੀਂ ਆਪਣੇ ਟੀਵੀ ਦੇ ਉੱਪਰ ਜਾਂ ਤੁਸੀਂ ਫੇਸਬੁੱਕ ਦੁਆਰਾ ਵੀ ਵੇਖ ਸਕਦੇ ਹੋ। ਫੇਸਬੁੱਕ ਦੇ ਉੱਪਰ ਵਿਜ਼ਨ ਪੰਜਾਬ ਟੀਵੀ ਦਾ ਪੇਜ ਜੇ ਤੁਸੀਂ ਨਹੀਂ ਲਾਈਕ ਕੀਤਾ, ਲਾਈਕ ਕਰ ਲੈਣਾ। ਨਰਿੰਦਰ ਜਸਵਾਲ, ਟੋਨੀ ਜੌਲ, ਜਿੰਨੇ ਵੀ ਤਕਰੀਬਨ ਸਾਡੀ ਟੀਮ ਦੇ ਮੈਂਬਰ ਹਨ, ਸਾਰਿਆਂ ਦੇ ਹੀ ਪ੍ਰੋਗਰਾਮ ਜਿਹੜਾ ਹੈ ਜੀ ਇਹ ਲਾਈਵ ਹੋ ਚੁੱਕਾ ਹੈ। ਸੋ ਪ੍ਰੋਗਰਾਮ ਦੇ ਨਾਲ ਤੁਸੀਂ ਜੁੜ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਹਮੇਸ਼ਾ ਦੀ ਤਰ੍ਹਾਂ ਨੰਬਰ ਸਕਰੀਨ ਦੇ ਉੱਪਰ 905 790 9099 905 790 9099। ਸੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਰਿਵਾਰਿਕ ਸਾਂਝ ਪ੍ਰੋਗਰਾਮ ਜਿਹੜਾ ਆ ਤੁਹਾਡੇ ਨਾਲ ਪਰਿਵਾਰਿਕ ਸਾਂਝਾ ਪਾਉਂਦਾ ਆ ਆਮ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਕਠਿਨਾਈਆਂ ਜਾਂ ਕੋਈ ਵੀ ਕੰਮਕਾਰ ਆ ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਇਸ ਮੰਚ 'ਤੇ ਬੈਠ ਕੇ ਤੁਹਾਡੇ ਨਾਲ ਜਿਹੜੀਆਂ ਆਪਾਂ ਸਾਂਝੀਆਂ ਕਰਦੇ ਹਾਂ। ਸੋ ਉਸੇ ਹੀ ਲੜੀ ਦੇ ਵਿੱਚ ਜਿਵੇਂ ਅੱਜ ਤੁਹਾਨੂੰ ਦੱਸਿਆ ਸੀ ਕਿ ਫਰਾਈਡੇ ਵਾਲੇ ਦਿਨ ਅਸੀਂ ਤੁਹਾਡੀ ਗੱਲਬਾਤ ਜਿਹੜੀ ਆ ਸਾਡੇ ਟੀਮ ਦੇ ਮੈਂਬਰ, ਐਕਸਪਰਟ, ਫਾਈਨੈਂਸ਼ੀਅਲ ਐਕਸਪਰਟ, ਇੰਸ਼ੋਰੈਂਸ ਐਕਸਪਰਟ, ਉਹਨਾਂ ਦੇ ਨਾਲ ਜਿਹੜੀ ਅਸੀਂ ਉਹ ਕਰਵਾਇਆ ਕਰਾਂਗੇ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਆ ਅਸੀਂ ਰਲਵਾਂ ਮਿਲਵਾਂ ਕੁਛ ਜਿਹੜੀਆਂ ਜਾਣਕਾਰੀਆਂ ਆ ਉਹ ਤੁਹਾਡੇ ਤੱਕ ਪਹੁੰਚਾਵਾਂਗੇ ਅਤੇ ਬਾਕੀ ਜੋ ਗੱਲਾਂ ਬਾਤਾਂ ਜਿਹੜੀਆਂ ਆ ਆਮ ਦੁਨੀਆ ਦੇ ਵਿੱਚ ਜਿਹੜੀਆਂ ਚੱਲਦੀਆਂ ਆ, ਕੋਵਿਡ ਦੇ ਵਿੱਚ ਜਿਹੜੀ ਆ ਕਿਵੇਂ ਸਥਿਤੀ ਰਹੀ ਆ, ਫਾਈਨੈਂਸ਼ੀਅਲ ਕ੍ਰਾਈਸਿਸ ਕਿਵੇਂ ਦੇ ਆ, ਸੋ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਅਸੀਂ ਤੁਹਾਡੇ ਨਾਲ ਕਰਾਂਗੇ। ਸੋ ਅੱਜ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੇਰਾ ਸਾਥ ਦੇਣਗੇ ਸਗਨ ਗੋਇਲ। ਸੋ ਆਓ ਪਹਿਲਾਂ ਗੋਇਲ ਸਾਹਿਬ ਦੇ ਨਾਲ ਆਪਾਂ ਸਾਂਝ ਪਾਉਂਦੇ ਹਾਂ ਅਤੇ ਫਿਰ ਆਪਣੇ ਪਰਿਵਾਰਾਂ ਦੇ ਨਾਲ। ਗੋਇਲ ਸਾਹਿਬ, ਪ੍ਰੋਗਰਾਮ ਦੇ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਿੱਘੀ ਸਤਿ ਸ਼੍ਰੀ ਅਕਾਲ ਸਰ ਨਰਿੰਦਰ ਜੀ, ਅਤੇ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਟਾਈਮ ਦੇਣ ਵਾਸਤੇ, ਕੀਮਤੀ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਨਹੀਂ ਸਰ ਜੀ, ਤੁਹਾਡੀ ਆਪਣੀ ਇਹ ਬਿਲਕੁਲ ਤੁਹਾਡਾ ਆਪਣਾ ਮੰਚ ਆ। ਹੁਣ ਤੁਹਾਨੂੰ ਅਸੀਂ ਜਿਹੜੀ ਸਾਡੀ ਟੀਮ ਆ ਅਸੀਂ ਉਸਦੀ ਟੀਮ ਦੇ ਮੈਂਬਰ ਤੁਹਾਨੂੰ ਬਣਾ ਦਿੱਤਾ ਆ। ਸੋ ਇਸ ਕਰਕੇ ਹੁਣ ਇਹ ਨਹੀਂ ਹੈ ਕਿ ਇਹ ਬਿਲਕੁਲ ਕੋਈ ਧੰਨਵਾਦ ਆ। ਧੰਨਵਾਦ ਜਿਹੜਾ ਹੈ ਜੀ ਉਹ ਬਿਲਕੁਲ ਸਭ ਦਾ ਇਕੱਠਾ ਹੀ ਆ। ਸੋ ਇਸ ਕਰਕੇ ਹੁਣ ਆਪਾਂ ਰਲ ਮਿਲ ਕੇ ਜਿਹੜੀ ਬਣਦੀ ਇਨਫੋਰਮੇਸ਼ਨ ਹੈ ਸਾਡੇ ਪਰਿਵਾਰਾਂ ਤੱਕ ਜਿਹੜੀ ਆ ਉਹ ਆਪਾਂ ਜਿਹੜੀ ਆ ਪਹੁੰਚਦੀ ਕਰਨੀ ਆ। ਸੋ ਪਹੁੰਚਦੀ ਕਰਿਆ ਕਰਾਂਗੇ ਕਿਉਂਕਿ ਤੁਸੀਂ ਜੁੜੇ ਹੋਏ ਹੋ ਫਾਈਨੈਂਸ਼ੀਅਲ ਕਿੱਤੇ ਦੇ ਨਾਲ ਗੋਇਲ ਸਾਹਿਬ, ਕਿਉਂਕਿ ਤੁਹਾਡਾ ਕਿੱਤਾ ਹੈ ਕਹਿ ਲਓ ਵੀ ਫਾਈਨੈਂਸ਼ੀਅਲ ਐਡਵਾਈਜ਼ਰ, ਇੰਸ਼ੋਰੈਂਸ ਦਾ। ਤੁਸੀਂ ਪਹਿਲਾਂ ਤਾਂ ਖੁਦ ਦੱਸੋ ਆਪਣੀ ਬੈਕਗਰਾਊਂਡ ਅਤੇ ਫਿਰ ਜਿੰਨੇ ਵੀ ਸਾਡੇ ਵਿਊਅਰਸ ਆ, ਫਿਰ ਜਿਹੜੀ ਸਵਾਲਾਂ ਦੀ ਜਿਹੜੀ ਆ ਲੜੀ ਆ ਉਹਨੂੰ ਤੇ ਆਪਾਂ ਚਾਲੂ ਕਰੀ ਜਾਣਾ ਜੀ। ਸ਼ੋਰ। ਦੇਖੋ ਮੰਗਾ ਭਾਜੀ, ਮੈਂ ਸ਼ੁਰੂ ਤੋਂ ਸ਼ੁਰੂ ਕਰ ਲੈਂਦਾ ਕਿਉਂਕਿ ਆਪਣੇ ਪਰਿਵਾਰਾਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਗੱਲ ਕਰਦੇ ਹੋ ਉਹਨਾਂ ਦੀ ਆਪਣੀ ਬੈਕਗਰਾਊਂਡ ਕੀ ਹੈ। ਸੋ ਮੈਂ ਇੱਥੇ ਕੈਨੇਡਾ ਵਿੱਚ ਹੀ ਬਹੁਤ ਵਧੀਆ ਮੁਲਕ ਹੈ 2002 'ਚ ਆਇਆ ਅਤੇ ਹੌਲੀ ਹੌਲੀ ਜਿੱਦਾਂ ਸਾਰਿਆਂ ਨੂੰ ਸ਼ੁਰੂ 'ਚ ਮੁਸ਼ਕਲਾਂ ਆਉਂਦੀਆਂ, ਸਾਨੂੰ ਵੀ ਮੁਸ਼ਕਲਾਂ ਆਈਆਂ। ਹੌਲੀ ਹੌਲੀ ਕਰਦੇ ਕਰਦੇ 2006 ਵਿੱਚ ਮੈਂ ਇੰਸ਼ੋਰੈਂਸ ਇੰਡਸਟਰੀ ਜੁਆਇਨ ਕੀਤੀ ਅਤੇ ਨਵੰਬਰ 2006 ਤੋਂ ਲੈ ਕੇ ਅੱਜ ਤੱਕ ਕਰੀਬਨ 14 ਸਾਲ ਹੋ ਗਏ ਮੈਂ ਇੰਸ਼ੋਰੈਂਸ ਇੰਡਸਟਰੀ ਨਾਲ ਜੁੜਿਆ। ਅਤੇ ਜਦੋਂ ਇੰਸ਼ੋਰੈਂਸ ਦੀ ਆਪਾਂ ਗੱਲ ਕਰਦੇ ਹਾਂ, ਇੰਸ਼ੋਰੈਂਸ ਵਿੱਚ ਮੈਂ ਲਾਈਫ ਐਂਡ ਹੈਲਥ ਇੰਸ਼ੋਰੈਂਸ ਦੇ ਵਿੱਚ ਲਾਇਸੈਂਸਡ ਹੈਗਾ ਅਤੇ ਉਹਦੇ ਵਿੱਚ ਐਕਸਪਰਟੀਜ਼ ਹੈ। ਨਾਲੇ ਹਰ ਤਰ੍ਹਾਂ ਦੀ ਇਨਵੈਸਟਮੈਂਟਸ ਐਜ਼ ਵੈਲ। ਜਦੋਂ ਲਾਈਫ ਇੰਸ਼ੋਰੈਂਸ ਹੁੰਦੀ ਹੈ, ਲਾਈਫ ਇੰਸ਼ੋਰੈਂਸ ਭਾਵੇਂ ਉਹ ਟਰਮ ਇੰਸ਼ੋਰੈਂਸ ਹੋਵੇ, ਭਾਵੇਂ ਪਰਮਾਨੈਂਟ ਇੰਸ਼ੋਰੈਂਸ ਹੋਵੇ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਜਿਹਦਾ ਬਹੁਤ ਆਪਣੀ ਕਮਿਊਨਿਟੀ ਵਿੱਚ ਲੋੜ ਹੈਗੀ ਹੈ, ਵਿਜ਼ਟਰ ਟੂ ਕੈਨੇਡਾ ਇੰਸ਼ੋਰੈਂਸ, ਉਹਦੇ ਨਾਲ ਨਾਲ ਐਜੂਕੇਸ਼ਨ ਪਲੈਨਿੰਗ ਜਿਹੜੇ ਆਪਣੇ ਬੱਚਿਆਂ ਵਾਸਤੇ ਮੈਨੂੰ ਲੱਗਦਾ ਹੈ ਕਿ ਆਪਾਂ ਇੱਕ ਗਿਫਟ ਅਤੇ ਇੱਕ ਬਹੁਤ ਜ਼ਰੂਰੀ ਚੀਜ਼ ਹੈਗੀ ਹੈ। ਆਪਾਂ ਹੌਲੀ ਹੌਲੀ ਉਹਦੇ ਬਾਰੇ ਵੀ ਡਿਸਕਸ ਕਰਾਂਗੇ। ਇਹਦੇ ਨਾਲ ਨਾਲ ਫਾਈਨੈਂਸ਼ੀਅਲ ਪਲੈਨਿੰਗ ਕਹਿ ਲਓ, ਰਿਟਾਇਰਮੈਂਟ ਇਨਕਮ ਪਲੈਨਿੰਗ ਕਹਿ ਲਓ, ਉਹ ਸਾਰੀਆਂ ਸੇਵਾਵਾਂ ਮੈਂ ਇੱਕੋ ਛੱਤ ਥੱਲੇ ਪ੍ਰਦਾਨ ਕਰਦਾ ਜੀ। ਅਤੇ ਕੋਸ਼ਿਸ਼ ਕਰਦਾ ਕਿ ਜਿੰਨੀ ਸਿੰਸੀਅਰ, ਓਨੈਸਟ ਅਤੇ ਪ੍ਰੋਫੈਸ਼ਨਲ ਐਡਵਾਈਸ ਹੋ ਸਕੇ, ਉਹੀ ਇੱਕ ਮੇਰਾ ਵਾਅਦਾ ਹੁੰਦਾ ਕਿ ਤੁਹਾਨੂੰ ਕਦੀ ਇਸ ਤਰ੍ਹਾਂ ਇਹ ਨਹੀਂ ਲੱਗੇਗਾ ਮੇਰੇ ਨਾਲ ਗੱਲ ਕਰਕੇ ਕਿ ਤੁਹਾਨੂੰ ਸਗੁਨ ਨੇ ਕਿਹਾ ਕੁਛ ਹੋਰ ਸੀ ਅਤੇ ਹੋ ਕੁਛ ਹੋ ਰਿਹਾ। ਕਦੀ ਵੀ ਸਰਪ੍ਰਾਈਜ਼ ਨਹੀਂ ਮਿਲੇਗਾ ਤੁਹਾਨੂੰ ਮੇਰੇ ਵੱਲੋਂ। ਸੋ ਇਹ ਤੁਹਾਡੇ ਸਰੋਤਿਆਂ ਵਾਸਤੇ, ਤੁਹਾਡੇ ਦੇਖਣ ਵਾਲਿਆਂ ਵਾਸਤੇ ਮੇਰਾ ਵਾਅਦਾ ਹੈ ਜੀ।
ਨਾਲ ਦੀ ਨਾਲ ਜਿਵੇਂ ਆਪਾਂ ਗੋਇਲ ਸਾਹਿਬ ਤੁਸੀਂ ਦੱਸਿਆ ਕਿ ਤੁਸੀਂ ਇਹ ਸਾਰੀਆਂ ਸੇਵਾਵਾਂ ਦਿੰਦੇ ਹੋ, ਤੁਸੀਂ ਕਿਸੇ ਪਰਟੀਕੂਲਰ ਕੰਪਨੀ ਦੇ ਨਾਲ ਜਿੱਦਾਂ ਬਾਉਂਡ ਹੋ ਜਾਂ ਤੁਸੀਂ ਇੰਡੀਪੈਂਡੈਂਟ ਲਾਇਸੈਂਸ ਹੋਲਡਰ ਹੋ? ਮੈਂ ਜੀ ਇੰਡੀਪੈਂਡੈਂਟ ਬ੍ਰੋਕਰ ਹਾਂ ਤੇ ਉਹਦਾ ਮਤਲਬ ਇਹ ਹੈ ਕਿ ਮੈਂ ਕਿਸੇ ਲਾਈਫ ਤੇ ਹੈਲਥ ਇੰਸ਼ੋਰੈਂਸ ਕੰਪਨੀ ਦੇ ਨਾਲ ਕੰਮ ਨਹੀਂ ਕਰਦਾ। ਮੈਂ ਕਰੀਬਨ 25 ਇੰਸ਼ੋਰੈਂਸ ਕੰਪਨੀਆਂ ਨਾਲ ਕੰਟਰੈਕਟਡ ਹਾਂ। ਉਹਦਾ ਮਤਲਬ ਇਹ ਹੈ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਇੰਸ਼ੋਰੈਂਸ ਪਾਲਿਸੀ ਕਿਹੜੀ ਕੰਪਨੀ ਤੋਂ ਲਓ। ਮੇਰਾ ਮੋਟਿਵ ਕੀ ਹੁੰਦਾ ਹੈ ਕਿ ਤੁਹਾਡੀ ਨੀਡਸ ਦੇ ਅਕੋਰਡਿੰਗ ਬੈਸਟ ਇੰਸ਼ੋਰੈਂਸ ਕੰਪਨੀ ਤੇ ਬੈਸਟ ਪਾਲਿਸੀ ਤੁਹਾਨੂੰ ਲਿੱਤੀ ਜਾਏ, ਇਰਰਿਸਪੈਕਟਿਵ ਆਫ ਕਿਹੜੀ ਕੰਪਨੀ ਹੈ। ਮੈਂ ਕੰਪਨੀ ਲਈ ਕੰਮ ਨਹੀਂ ਕਰ ਰਿਹਾ, ਬੀਇੰਗ ਐਨ ਇੰਡੀਪੈਂਡੈਂਟ ਬ੍ਰੋਕਰ ਮੈਂ ਤੁਹਾਡੇ ਵਾਸਤੇ ਕੰਮ ਕਰ ਰਿਹਾ। ਕਿਉਂਕਿ ਮੈਂ ਤਾਂ ਤੁਹਾਡੇ ਜਿਵੇਂ ਉਹ ਡਿਬੇਟ ਚੱਲਦੀ ਹੁੰਦੀ ਹੈ ਨਾ, ਵੀ ਡਿਬੇਟ ਦੇ ਵਿੱਚ ਸਵਾਲਾਂ ਦੇ ਵਿੱਚੋਂ ਸਵਾਲ, ਕਿਉਂਕਿ ਮੈਂ ਤਾਂ ਤੁਹਾਡੀਆਂ ਗੱਲਾਂ ਦੇ ਵਿੱਚੋਂ ਗੱਲਾਂ ਜਿਹੜੀਆਂ ਉਹ ਕੱਢੀ ਜਾਣੀਆਂ ਤੇ ਕਾਊਂਟਰ ਸਵਾਲ ਜਿਹੜੇ ਉਹ ਤੁਹਾਨੂੰ ਕਰੀ ਜਾਣੇ ਆ ਤੇ ਪੁੱਛੀ ਜਾਣੇ ਆ। ਸੋ ਜਿਵੇਂ ਅਸੀਂ ਤੁਹਾਡੀ ਕੰਪਨੀ ਦੀ ਐਡ ਮੈਂ ਦੇਖਦਾ ਸੀਗਾ, ਤੁਸੀਂ ਬੀਵਰ ਫਾਈਨੈਂਸ਼ੀਅਲ, ਹਾਂਜੀ ਉਹ ਮੇਰੀ ਆਪਣੀ ਕੰਪਨੀ ਹੈਗੀ ਹੈ ਤੇ ਆਪਣੀ ਉਸ ਕੰਪਨੀ ਦੇ ਬੈਨਰ ਹੇਠਾਂ ਆਪਾਂ ਫਾਈਨੈਂਸ਼ੀਅਲ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ। ਲੇਕਿਨ ਜਿਹੜੇ ਫਰਦਰ ਕੰਟਰੈਕਟਸ ਹੈਗੇ, ਹੁਣ ਇੰਸ਼ੋਰੈਂਸ ਕਿਸ ਨੂੰ ਚਾਹੀਦੀ ਹੈ ਜਾਂ ਕੋਈ ਇਨਵੈਸਟਮੈਂਟ ਚਾਹੀਦੀ ਹੈ, ਉਹ ਮੈਂ ਨਹੀਂ ਦੇ ਸਕਦਾ। ਉਹ ਲੈਣੀ ਤਾਂ ਇੰਸ਼ੋਰੈਂਸ ਕੰਪਨੀ ਦੇ ਥਰੂ ਹੀ ਹੈ, ਉਹ ਹੈਗੀ ਮੇਰੀ ਇੰਸ਼ੋਰੈਂਸ ਕੰਪਨੀ ਦੇ ਥਰੂ ਇੰਸ਼ੋਰੈਂਸ ਕੰਪਨੀ ਨੇ ਦੇਣੀ ਹੈ। ਸੋ ਕਿਉਂਕਿ ਜਿਵੇਂ ਅਸੀਂ ਇਹ ਪ੍ਰੋਗਰਾਮ ਪਰਿਵਾਰਿਕ ਸਾਂਝ ਪ੍ਰੋਗਰਾਮ ਹੈ ਸਾਡਾ, ਸੋ ਇਹਦੇ ਵਿੱਚ ਅਸੀਂ ਪਹਿਲਾਂ ਵੀ ਕਾਫੀ ਸਮਾਂ ਪਹਿਲਾਂ ਵੀ ਅਸੀਂ ਗੱਲਾਂ ਬਾਤਾਂ ਕਰ ਚੁੱਕੇ ਹਾਂ, ਹੋਰ ਚੈਨਲਾਂ ਦੇ ਉੱਪਰ ਵੀ ਕਰ ਚੁੱਕੇ ਹਾਂ। ਇਹਦੇ ਵਿੱਚ ਜਿਵੇਂ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਬਹੁਤ ਨੇੜਿਓਂ ਵਾਚ ਕਰਦੇ ਹੋ, ਦੇਖਦੇ ਹੋ, ਸੋ ਇਹ ਜ਼ਰੂਰੀ ਨਹੀਂ ਆ ਕਿ ਅਸੀਂ ਸਿਰਫ ਤੇ ਸਿਰਫ ਕੋਈ ਪ੍ਰੋਡਕਟ ਨੂੰ ਹੀ ਸੈੱਲ ਕਰਨ ਦੇ ਲਈ ਜਿਹੜੀਆਂ ਅਸੀਂ ਗੱਲਾਂ ਬਾਤਾਂ ਕਰਨੀਆਂ ਆ। ਸੋ ਅਸੀਂ ਜਿਹੜੀਆਂ ਗੋਇਲ ਸਾਹਿਬ ਉਹਨਾਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਆ, ਸੋ ਇਸ ਪ੍ਰੋਗਰਾਮ ਸੰਬੰਧੀ ਵੀ, ਕਿਉਂਕਿ ਇਹ ਜਿਹੜੀਆਂ ਗੱਲਾਂ ਬਾਤਾਂ ਕਹੀਆਂ ਗਈਆਂ ਨੇ, ਜਿਵੇਂ ਇੰਸ਼ੋਰੈਂਸ ਦੀਆਂ ਗੱਲਾਂ ਬਾਤਾਂ ਨੇ ਜਾਂ RSP ਦੀਆਂ ਜਾਂ RESP ਦੀਆਂ ਗੱਲਾਂ ਬਾਤਾਂ ਨੇ, ਇਹ ਸਾਡੀ ਨੀਡਸ ਆ, ਸਾਡੀਆਂ ਜ਼ਰੂਰਤਾਂ ਆ। ਸੋ ਅਸੀਂ ਕਿੰਨੀਆਂ ਕਿ ਸਾਨੂੰ ਚਾਹੀਦੀਆਂ ਨੇ, ਸਾਡੀ ਜ਼ਿੰਦਗੀ 'ਤੇ ਕਿੰਨਾ ਕੁ ਪ੍ਰਭਾਵ ਛੱਡਦੀਆਂ ਨੇ, ਇਹ ਵੀ ਪਰਿਵਾਰਿਕ ਸਾਂਝ ਪ੍ਰੋਗਰਾਮ ਦਾ ਹੀ ਵਿਸ਼ਾ ਆ। ਪਰਿਵਾਰਿਕ ਸਾਂਝ ਪ੍ਰੋਗਰਾਮ ਦੇ ਵਿੱਚ ਬੈਠ ਕੇ ਹੀ ਇਹਨਾਂ ਦੇ ਉੱਤੇ ਜਿਹੜੀਆਂ ਅਸੀਂ ਵਿਚਾਰਾਂ ਜਿਹੜੀਆਂ ਆਪਸੀ ਰਲ ਮਿਲ ਜਿਹੜੀਆਂ ਕਰਨੀਆਂ। ਗੋਇਲ ਸਾਹਿਬ, ਆਪਾਂ ਗੱਲ ਕਰਦੇ ਹਾਂ ਜਿਹੜੀ ਲਾਈਫ ਇੰਸ਼ੋਰੈਂਸ ਦੀ। ਹਾਂਜੀ, ਪਹਿਲਾਂ ਤਾਂ ਲਾਈਫ ਇੰਸ਼ੋਰੈਂਸ 'ਤੇ ਜਾਣ ਤੋਂ ਪਹਿਲਾਂ COVID-19 ਦੇ ਵਿੱਚੋਂ ਲੰਘ ਰਹੇ ਆ। COVID-19 ਦਾ ਕਰਕੇ ਇਹ ਇੰਸ਼ੋਰੈਂਸ ਪਾਲਿਸੀਜ਼ ਜਾਂ ਇਕੋਨਮੀ ਜਿਹੜੀ ਆ ਉਹ ਉਸ 'ਤੇ ਬਹੁਤ ਵੱਡਾ ਇਫੈਕਟ ਪਿਆ। ਤੁਸੀਂ ਥੋੜ੍ਹੀ ਜਿਹੀ, ਕਿਉਂਕਿ ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਹੋ, ਸੋ ਤੁਸੀਂ ਸਾਨੂੰ ਥੋੜ੍ਹਾ ਵਧੀਆ ਤਰੀਕੇ ਦੇ ਨਾਲ ਦੱਸ ਸਕਦੇ ਹੋ। ਦੇਖੋ, ਆਪਣਾ ਜਿਹੜਾ ਇਹ ਕੋਵਿਡ ਦਾ ਜਿਹੜਾ ਇਫੈਕਟ ਹੈਗਾ ਹੈ, ਕਰੀਬਨ ਮਿਡਲ ਆਫ ਮਾਰਚ ਤੋਂ 13 ਮਾਰਚ ਤੋਂ ਸ਼ੁਰੂ ਹੋਇਆ ਸੀਗਾ। ਸਾਨੂੰ ਇਨਫੈਕਟ ਦਸੰਬਰ 'ਚ ਚਾਈਨਾ ਨੇ ਕਿਤੇ ਮਾੜਾ ਮੋਟਾ ਡਿਕਲੇਅਰ ਕਰਨਾ ਸ਼ੁਰੂ ਕੀਤਾ ਸੀਗਾ ਕਿ COVID-19 ਹੋਇਆ। ਉਸ ਤੋਂ ਬਾਅਦ ਜਨਵਰੀ ਫਰਵਰੀ ਆਉਂਦੇ ਯੂਰਪ 'ਚ ਇਹ COVID-19 ਦਾ ਫੈਲਾਅ ਹੋਇਆ। ਫਿਰ ਇੱਧਰ ਵੈਸਟਰਨ ਕੰਟਰੀਜ਼ ਵਿੱਚ ਆ ਗਿਆ। ਲੇਕਿਨ ਹੌਲੀ ਹੌਲੀ ਇਹਨਾਂ ਆਪਾਂ ਨੂੰ ਇਕੋਨਮੀ ਬੰਦ ਕਰਦੇ ਹੋਏ ਲੇਟ ਹੋ ਗਿਆ ਆਪਾਂ। ਲੇਕਿਨ ਨਾਰਮਲ ਜਿਹੜੀ ਇਕੋਨਮੀ ਆਪਣੀ ਜਿਹੜੀ ਕਲੋਜ਼ ਹੋਈ ਸੀ, ਉਹ 13 ਮਾਰਚ ਦੇ ਲਾਗੇ ਆਪਣੀ ਇਕੋਨਮੀ ਸ਼ਟ ਡਾਊਨ ਹੋਈ ਸੀ। ਤੇ ਉਸ ਤੋਂ ਬਾਅਦ ਗਵਰਨਮੈਂਟ ਨੇ, ਆਪਣੀ ਕੈਨੇਡੀਅਨ ਗਵਰਨਮੈਂਟ ਨੇ ਬਹੁਤ ਸਾਰੇ ਬੈਨੀਫਿਟਸ ਦਿੱਤੇ। ਮੇਰੇ ਖਿਆਲ ਸਾਰੇ ਲੋਕਾਂ ਨੂੰ ਪਤਾ ਹੀ ਹੋਣਾ, ਜਿਹੜਾ ਆਪਣਾ CERB ਹੈਗਾ $2000 ਮਿਲਦਾ। ਉਸ ਤੋਂ ਬਾਅਦ ਸਟੂਡੈਂਟਸ ਨੂੰ ਬੈਨੀਫਿਟ ਮਿਲਿਆ, ਸੀਨੀਅਰਸ ਨੂੰ ਬੈਨੀਫਿਟ ਦਿੱਤਾ, $300 ਐਕਸਟਰਾ ਉਹਨਾਂ ਨੂੰ OAS ਦਿੱਤੀ। ਇਸ ਤੋਂ ਇਲਾਵਾ ਬਿਜ਼ਨਸਿਸ ਨੂੰ ਬਹੁਤ ਸਾਰੇ ਬੈਨੀਫਿਟਸ ਦਿੱਤੇ, ਇਹ ਸਾਰਾ ਸਟਿਮੂਲੇਟ ਕਰਨ ਨੂੰ ਤੇ ਇਕੋਨਮੀ ਨੂੰ ਸਪੋਰਟ ਕਰਨ ਨੂੰ। ਕਿਉਂਕਿ ਹੋਇਆ ਕਿ ਸਾਰੇ ਬਿਜ਼ਨਸਿਸ ਬੰਦ ਹੋ ਗਏ, ਤੁਸੀਂ ਇਨ ਪਰਸਨ ਮਿਲ ਨਹੀਂ ਸਕਦੇ, ਤੁਸੀਂ ਬਾਹਰ ਜਾ ਨਹੀਂ ਸਕਦੇ ਹੁਣ। ਲੇਕਿਨ ਬਿਜ਼ਨਸਿਸ ਦੇ ਜਿਹੜੇ ਫਿਕਸਡ ਕਾਸਟ ਹੈ ਉਹ ਤਾਂ ਬੰਦ ਪਏ ਨਾ, ਉਹ ਤਾਂ ਆਣੇ ਹੀ ਆਣੇ। ਤੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਗਵਰਨਮੈਂਟ ਨੇ ਇੰਡੀਵਿਜੂਅਲਸ ਨੂੰ ਤੇ ਬਿਜ਼ਨਸਿਸ ਨੂੰ ਬਹੁਤ ਸਾਰਾ ਸਟਿਮੂਲਸ ਦਿੱਤਾ। ਤੇ ਅਨਫੋਰਚੂਨੇਟਲੀ ਜਿਹੜਾ ਸਟਿਮੂਲਸ ਹੈਗਾ, ਹੁਣ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਹੈਗਾ ਕਿ ਟੋਟਲ ਸਟਿਮੂਲਸ ਕਿੰਨਾ ਹੈ, ਕਿਉਂਕਿ ਅਜੇ ਤੱਕ ਬਜਟ ਆਇਆ ਨਹੀਂ ਹੈਗਾ ਤੇ ਗਵਰਨਮੈਂਟ ਨੇ ਡਿਕਲੇਅਰ ਵੀ ਨਹੀਂ ਕੀਤਾ ਬਜਟ। ਉਹ ਵੀ ਇਹੀ ਕਹਿੰਦੇ ਕਿ ਆਪਾਂ ਤੁਹਾਨੂੰ ਇੱਕ ਸਿਰਫ ਸਨੈਪਸ਼ਾਟ ਦੇਵਾਂਗੇ, ਪੂਰਾ ਬਜਟ ਨਹੀਂ ਡਿਕਲੇਅਰ ਕਰਨਾ। ਲੇਕਿਨ ਐਸਟੀਮੇਟ ਹੈਗਾ ਕਿ ਕਰੀਬਨ $400 ਬਿਲੀਅਨ ਇਹ ਕੋਵਿਡ ਦੇ ਕਾਰਨ ਪਿਛਲੇ 3-4.5 ਮਹੀਨਿਆਂ ਦੇ ਵਿੱਚ ਕਰੀਬਨ $400 ਬਿਲੀਅਨ ਦਾ ਕਰਜ਼ਾ ਹੋ ਗਿਆ ਜੀ। ਇਹ ਮੈਂ ਮਿਨੀਮਮ ਫਿਗਰਸ ਦੀ, ਬੜੀ ਕੰਜ਼ਰਵੇਟਿਵ ਫਿਗਰਸ ਦੀ ਗੱਲ ਕਰ ਰਿਹਾ, $400 ਬਿਲੀਅਨ। ਤੇ ਅਜੇ ਪ੍ਰੋਬਲਮ ਇਹ ਹੈ ਕਿ ਅਜੇ ਵੀ ਇਕੋਨਮੀ ਪੂਰੀ ਤਰ੍ਹਾਂ ਖੁੱਲੀ ਨਹੀਂ ਹੈਗੀ। ਬਿਲਕੁਲ ਜੀ, ਜੇ 400 ਬਿਲੀਅਨ ਦੀ ਗੱਲ ਕਰਦੇ ਆ ਤਾਂ ਸਾਨੂੰ ਤਾਂ 400 ਦੇ ਨਾਲ ਜ਼ੀਰੋਆਂ ਲਾਉਂਦਿਆਂ ਨੂੰ ਹੀ ਨਹੀਂ ਪਤਾ ਲੱਗਣਾ ਵੀ ਬਿਲੀਅਨ ਕਦੋਂ ਹੋਇਆ ਸੀ। ਮਿਲੀਅਨ 'ਚ ਰਹਿ ਗਿਆ ਕਿ ਬਿਲੀਅਨ ਦੇ ਵਿੱਚ ਕਿੱਥੇ ਕਿੱਥੇ ਗੱਲ ਜਿਹੜੀ ਆ ਉਹ ਪਹੁੰਚ ਗਈ ਆ। ਸੋ ਬਿਲਕੁਲ ਦੇਖੋ, ਅਜੇ ਵੀ ਇਕੋਨਮੀ ਜਿਹੜੀ ਆ ਉਹ ਖੁੱਲ੍ਹਣ ਦਾ
ਕੋਈ ਪੂਰਾ clear ਜਿਹੜੇ ਸੰਕੇਤ ਪੂਰੀ ਤਰ੍ਹਾਂ ਨੇ ਨਿਕਲ ਰਹੀ ਹੋਇਆ ਕਿ ਮੰਗਾ ਭਾਜੀ ਕਰੀਬਨ 8 ਮਿਲੀਅਨ ਜੌਬ ਸਾਡੀ ਲਾਸ ਹੋ ਗਈ ਸੀਗੀ ਮਾਰਚ ਅਪ੍ਰੈਲ ਵਿੱਚ। 8 ਮਿਲੀਅਨ ਕਹਿੰਦੇ ਹੋਏ ਵੀ ਬਹੁਤ ਵੱਡੀ ਫਿਗਰ ਹੈ। ਅਸੀਂ ਜਿਹੜੀ ਜੌਬ ਲਾਸ ਕਰਦੇ ਸੀਗੇ, ਸਾਡੇ ਜੌਬ ਲਾਸ ਹੁੰਦਾ ਸੀਗਾ 20,000 25,000 30,000 ਇਸ ਤਰ੍ਹਾਂ। ਹੁਣ ਸਿੱਧੇ 8 ਮਿਲੀਅਨ ਜੌਬ ਲਾਸਿਸ ਹੋ ਗਏ। ਇਕਨੋਮੀ ਓਪਨ ਹੋਈ, ਵਾਪਸ ਕਿੰਨੀਆਂ ਆਈਆਂ ਜੌਬਸ ਅਜੇ ਤੱਕ? ਕਰੀਬਨ 1.5 ਮਿਲੀਅਨ ਦੇ ਕਰੀਬ ਵਾਪਸ ਆਈਆਂ। ਪੀਪਲ ਆਰ ਸਟਿਲ ਔਨ ਸਟਿਮੂਲਸ ਪੈਕੇਜ। ਗਵਰਨਮੈਂਟ ਵਾਸਤੇ ਜਿੱਥੇ ਤੱਕ ਮੇਰਾ ਆਪਣਾ ਪਰਸਨਲ ਵਿਊ ਹੈਗਾ, ਇਹ ਸਟਿਮੂਲਸ ਦੇਣਾ ਬੜਾ ਸੌਖਾ ਸੀਗਾ ਕਿ ਹਾਂ ਜੀ ਤੁਸੀਂ 2,000 ਹੁਣ ਲੈ ਲਓ, 10 ਮਿਲੀਅਨ ਇੱਧਰ ਲੈ ਲਓ, 4 ਮਿਲੀਅਨ ਇੱਧਰ ਲੈ ਲਓ, 20 ਮਿਲੀਅਨ ਇਹਨਾਂ ਨੂੰ ਦੇ ਦਿੱਤਾ। ਉਹ ਪੈਸੇ ਦੇਣੇ ਬੜੇ ਔਖੇ ਹੈ, ਲੇਕਿਨ ਇਕਨੋਮੀ ਨੂੰ ਵਾਪਸ ਲਿਆਉਣਾ ਓਨਾ ਹੀ ਔਖਾ ਹੈ, ਬਹੁਤ ਔਖਾ ਹੈ। ਇਹ ਹਮੇਸ਼ਾ ਹੀ ਇੱਕ ਸਵਾਲ ਆਉਂਦਾ ਹੈ ਕਿ ਜਿਹੜਾ CERB ਦੇ ਫੰਡਸ ਆ ਜਾਂ ਸਟੂਡੈਂਟਸ ਨੂੰ ਫੰਡਸ ਦਿੱਤੇ ਆ ਜਾਂ ਸੀਨੀਅਰਸ ਨੂੰ ਫੰਡ ਦਿੱਤੇ ਆ, ਇਹ ਫੰਡਸ ਐਕਚੁਅਲੀ ਆਏ ਕਿੱਥੋਂ? ਇਹ ਦੇਖੋ ਜੀ, ਐਂਡ ਆਫ ਦਾ ਡੇ ਟੈਕਸ ਪੇਅਰ ਨੇ ਹੀ ਪੇ ਕਰਨੇ ਹੈ। ਗਵਰਨਮੈਂਟ ਨੇ ਆਪਣੀ ਜੇਬ ਤੋਂ ਤਾਂ ਕੁਝ ਦੇਣਾ ਨਹੀਂ। ਚਾਹੇ ਮਿਸਟਰ ਬਿਲ ਮਨਰੋ ਹੋਣ ਜਾਂ ਟਰੂਡੋ ਸਾਹਿਬ ਹੋਣ, ਉਹਨਾਂ ਨੇ ਆਪਣੀ ਪਾਕਟ 'ਚੋਂ ਕੁਝ ਦੇਣਾ ਨਹੀਂ। ਐਂਡ ਆਫ ਦਾ ਡੇ ਉਹ ਟੈਕਸ ਪੇਅਰ ਨੇ ਹੀ ਪੇ ਕਰਨੇ। ਹੁਣ ਪੇ ਕਿੱਦਾਂ ਕਰਨੇ? ਜਿੱਦਾਂ ਮੈਂ ਕਿਹਾ ਕਿ ਮਿਨੀਮਮ ਜਿਹੜਾ ਕੰਜ਼ਰਵੇਟਿਵ ਡੈਟ ਹੈਗਾ ਸਾਡਾ $400 ਬਿਲੀਅਨ ਹੈ। ਹੁਣ $400 ਬਿਲੀਅਨ ਦਾ ਵੀ ਹੈਵ ਟੂ ਪੇ ਇੰਟਰਸਟ ਔਨ ਦੈਟ। 400 ਬਿਲੀਅਨ ਸਿਰਫ ਤੇ ਸਿਰਫ ਕੋਵਿਡ-19 ਦਾ ਕਰਕੇ। ਕੋਵਿਡ-19 ਕਰਕੇ। ਉਸ ਤੋਂ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ, ਜਿਹੜਾ ਆਪਣੇ ਡੈਟ ਫਿਗਰਸ ਹੁੰਦੀਆਂ ਸੀਗੀਆਂ ਸਾਲ ਦੀਆਂ 20 ਬਿਲੀਅਨ ਹੁੰਦੀਆਂ ਸੀ। 20 ਬਿਲੀਅਨ ਸੀਗੀਆਂ ਤੇ ਅਸੀਂ ਬੜੇ ਨਾ ਚੀਖਦੇ ਹੁੰਦੇ ਸੀਗੇ ਕਿ ਗਵਰਨਮੈਂਟ ਦਾ ਇੰਨਾ ਡੈਟ ਹੋ ਗਿਆ, ਕਿੱਦਾਂ ਲਾਵਾਂਗੇ, ਇਹ ਕਰਾਂਗੇ ਉਹ ਕਰਾਂਗੇ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ 400 ਬਿਲੀਅਨ ਕਿੱਦਾਂ ਲੱਥੇਗਾ। ਹੁਣ ਉਹ ਸਾਡੀ ਜਨਰੇਸ਼ਨ ਨਹੀਂ, ਸਾਡੀ ਅਗਲੀ ਤੋਂ ਅਗਲੀ ਜਨਰੇਸ਼ਨਸ ਵੀ ਉਹ ਡੈਟ ਪੇ ਕਰਨਗੀਆਂ। ਇੱਕ ਹੁਣ ਚਲੋ ਗੱਲਾਂ ਬਾਤਾਂ ਚੱਲ ਪਈਆਂ ਗੋਇਲ ਸਾਹਿਬ, ਮੈਂ ਇਹਨਾਂ ਨੂੰ ਸਮਝਣਾ ਐਕਚੁਅਲੀ ਚਾਹੁੰਦਾ। ਸਾਡੇ ਪਰਿਵਾਰ ਵੀ ਇਸ ਚੀਜ਼ ਨੂੰ ਸਮਝਣਾ ਚਾਹੁੰਦੇ ਹੋਣਗੇ ਜ਼ਰੂਰ, ਕਿਉਂਕਿ ਜਦੋਂ ਨੰਬਰਾਂ ਦੀ ਜਿਹੜੀ ਗੇਮ ਆ ਹਨਾ, ਉਹ ਟੀਵੀ ਤੇ ਬੈਠ ਕੇ ਜਾਂ ਟੀਵੀ ਤੇ ਬੋਲ ਕੇ ਸਾਰੇ ਦੱਸ ਜਾਂਦੇ ਆ, ਸਾਰੇ ਬੋਲ ਜਾਂਦੇ ਵੀ ਇਦਾਂ ਇੰਨੇ ਬਿਲੀਅਨ ਇੰਨੇ ਮਿਲੀਅਨ। ਹੁਣ ਇਹ ਜਿਹੜਾ $400 ਬਿਲੀਅਨ ਆ, ਇਹਦੇ ਵਿੱਚ ਕੈਸ਼ ਫਲੋ ਜਾਂ ਜਿਹੜੀਆਂ ਜੌਬ ਲਾਸਿਸ ਹੋਈਆਂ ਆ ਉਹਨਾਂ ਨੂੰ, ਇਹ ਸਾਰੇ ਪੈਸੇ ਨੂੰ ਤੇ ਜਾਂ ਕਿਸੇ ਐਕਚੁਅਲ, ਜਿੱਦਾਂ ਆਪਾਂ ਕਰਜ਼ਾ, ਜਾਣੀ ਕਿ ਸਿੰਪਲ ਭਾਸ਼ਾ ਦੇ ਵਿੱਚ ਅਸੀਂ ਕਰਜ਼ਾ ਉਹਨੂੰ ਮੰਨਦੇ ਆ ਜਿਹੜਾ ਅਸੀਂ ਕਿਸੇ ਦੇ ਕੋਲੋਂ ਲੈਣਾ, ਜਿਹੜਾ ਅਸੀਂ ਲਿਆ, ਅਸੀਂ ਉਹਨੂੰ ਡੈਟ ਮੰਨਦੇ ਆ। ਆਪਣੇ ਉੱਤੇ ਚੜਿਆ ਕਰਜ਼ਾ ਉਹਨੂੰ ਮੰਨਦੇ ਆ ਜਿਹੜਾ ਅਸੀਂ ਕਿਸੇ ਤੋਂ ਪੈਸਾ ਲੈ ਕੇ ਯੂਜ਼ ਕਰ ਲਿਆ। ਸੋ ਸਾਡੇ ਜਿੰਨੇ ਵੀ ਪਰਿਵਾਰ ਆ, ਸਾਡੇ ਜਿੰਨੇ ਵੀ ਅੱਜ ਵਿਊਅਰ ਸਾਰੇ ਦੇਖਦੇ ਆ, ਥੋੜਾ ਜਿਹਾ ਇੱਥੇ ਕਲੈਰੀਫਿਕੇਸ਼ਨ ਕਰੋ ਵੀ ਇਹ ਡੈਟ ਜਿਹੜਾ 400 ਬਿਲੀਅਨ ਦਾ ਆ, ਇਹਦੀ ਐਕਚੁਅਲ ਪਿਕਚਰ ਕੀ ਆ? ਐਕਚੁਅਲ ਪਿਕਚਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਗਵਰਨਮੈਂਟ ਸਟਿਮੂਲਸ ਦੇਈ ਜਾ ਰਹੀ ਹੈ। ਤੁਸੀਂ ਅਪਲਾਈ ਕਰੋ CERB ਲਈ, ਜਿਸ ਦਿਨ ਅਪਲਾਈ ਕਰੋ ਦੂਜੇ ਦਿਨ ਤੁਹਾਡੇ ਅਕਾਊਂਟ 'ਚ ਪੈਸੇ ਆ ਜਾਂਦੇ ਆ ਥਰੂ CRA। ਨਹੀਂ, ਗਵਰਨਮੈਂਟ ਵੀ ਕਿਤੇ ਨਾ ਕਿਤੇ ਉਹਦਾ ਪੈਸਾ ਚੱਕਦੀ ਹੋਊਗੀ। ਦੇਖੋ, ਗਵਰਨਮੈਂਟ ਨੇ ਕੀ ਕਰਨਾ, ਉਹਨਾਂ ਨੇ ਬੌਂਡਸ ਖਰੀਦ ਲੈਣੇ ਆ। ਆਪਣੇ ਜਿਹੜੇ ਬੈਂਕ ਆਫ ਕੈਨੇਡਾ ਤੋਂ ਉਹ ਕੀ ਕਰਦੇ ਕਿ ਬੌਂਡ ਖਰੀਦਣੇ ਸ਼ੁਰੂ ਕਰ ਦਿੰਦੇ ਆ। ਬੈਂਕ ਆਫ ਕੈਨੇਡਾ ਕੀ ਕਰਦਾ ਹੈ, ਇੱਕ ਬੌਂਡ ਸੈੱਲ ਕਰਦਾ ਹੈ ਇਨਵੈਸਟਰਸ ਨੂੰ। ਉਹਦਾ ਮਤਲਬ ਇਹ ਹੈ ਕਿ ਮੈਂ ਇਨਵੈਸਟਰ ਨੂੰ ਕਹੂੰਗਾ ਕਿ ਮੈਂ ਤੁਹਾਨੂੰ 1 ਬਿਲੀਅਨ ਦਾ ਬੌਂਡ ਦੇ ਰਿਹਾ ਤੇ ਅੱਜ ਤੋਂ 10 ਸਾਲ ਬਾਅਦ ਇਸ 1 ਬਿਲੀਅਨ ਤੇ ਮੈਂ ਤੁਹਾਨੂੰ ਇੰਟਰਸਟ ਦਊਂਗਾ। ਤੇ ਉਹ ਇਨਵੈਸਟਰ ਗਵਰਨਮੈਂਟ ਨੂੰ ਪੈਸੇ ਦੇ ਦਿੰਦਾ ਹੈ ਜਾਂ ਗਵਰਨਮੈਂਟ ਪ੍ਰਿੰਟ ਕਰਦੀ ਹੈ ਮਨੀ, ਉਹ ਅੱਗੇ ਫਰਦਰ ਪੈਸਾ ਪਬਲਿਕ 'ਚ ਡਿਸਟਰੀਬਿਊਟ ਹੋ ਜਾਂਦਾ। ਤੇ ਇਸ ਤਰ੍ਹਾਂ ਇਹ ਡੈਟ ਹੌਲੀ ਹੌਲੀ ਵੱਧ ਰਿਹਾ। ਪ੍ਰੋਬਲਮ ਡੈਟ ਵਧਣ ਦੇ ਨਾਲ ਇੰਟਰਸਟ ਪੇਮੈਂਟ ਦੀ ਹੈ। ਹੁਣ ਉਹ ਡੈਟ ਜਿਹੜਾ ਹੈ ਲਾਣਾ ਕਿੱਦਾਂ ਹੈ ਤੇ ਕੌਣ ਲਾਏਗਾ ਤੇ ਕਿੰਨੇ ਸਾਲ ਕਿੰਨੇ ਡੈਕੇਡਸ ਲੱਗਣਗੇ ਉਸ ਡੈਟ ਨੂੰ ਲਾਉਣ ਵਾਸਤੇ। ਬਿਲਕੁਲ ਜੀ, ਤੁਸੀਂ ਦੇਖੋ ਇਹ ਨੋਟ ਜਿਹੜੇ ਆ ਇਹ ਕਾਗਜ਼ੀ ਆ, ਕਾਗਜ਼ਾਂ ਦੀ ਖੇਡ ਆ। ਬਿਲਕੁਲ, ਇਹਨਾਂ ਦੀ ਵੈਲਿਊ ਹੌਲੀ ਹੌਲੀ ਉਹ ਘਟੀ ਜਾਣੀ ਹੈ। ਇੱਕ ਤਾਂ ਚੀਜ਼ ਹੁੰਦੀ ਹੈ ਕਿ ਇਨਫਲੇਸ਼ਨ, ਕਿ ਇਨਫਲੇਸ਼ਨ ਸਾਨੂੰ ਚਾਹੀਦੀ ਵੀ ਹੈਗੀ ਹੈ, ਜਿਹੜੀ 1-2% ਇਨਫਲੇਸ਼ਨ ਹੈ, ਇੰਨੀ ਕੁ ਚਾਹੀਦੀ ਵੀ ਹੈ ਇਨਫਲੇਸ਼ਨ। ਹੁਣ ਲੇਕਿਨ ਹੋ ਕੀ ਰਿਹਾ ਹੈ, ਇਨਫਲੇਸ਼ਨ ਹੌਲੀ ਇੰਨੀ, ਜਦੋਂ ਤੁਹਾਡਾ ਡੈਟ ਇੰਨਾ ਵੱਧ ਗਿਆ, ਜਦੋਂ ਉਹਨਾਂ ਨੇ ਇੰਨਾ ਸਟਿਮੂਲੇਟ ਕਰ ਦੇਣਾ, ਹੌਲੀ ਇਨਫਲੇਸ਼ਨ ਵੱਧ ਜਾਣੀ, ਉਹਦੇ ਨਾਲ ਤੁਹਾਡੇ ਪੈਸੇ ਦੀ ਵੈਲਿਊ ਜਾਂ ਡਾਲਰ ਦੀ ਵੈਲਿਊ ਡਿੱਗ ਜਾਣੀ ਹੈ। ਗੋਇਲ ਸਾਹਿਬ, ਜਿਹੜਾ ਪੁਰਾਣਾ ਸਮਾਂ ਆ, ਜੇ ਪੁਰਾਣੇ ਸਮੇਂ ਦੇ ਉੱਤੇ ਝਾਤ ਮਾਰੀਏ, ਇਹ ਪੁਰਾਣਾ ਸਮਾਂ ਵਧੀਆ ਨਹੀਂ ਸੀ, ਕਿਉਂਕਿ ਉਦੋਂ ਡੈਟ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਕੋਈ ਨਾ ਕੋਈ ਚੀਜ਼ ਦੇ ਕੇ ਤੁਹਾਡੇ ਕੋਲੋਂ ਪੈਸਾ ਲਿਆ ਜਾਂਦਾ ਸੀ। ਉਹ ਦੇਖੋ, ਇੰਟਰਨੈਸ਼ਨਲ ਜਿਹੜੀ ਨਵੀਨਤਮ ਮੰਡੀ ਆ, ਜਿਹਨੂੰ ਕਹਿ ਦਿੰਦੇ ਆ ਵੀ ਓਪਨ ਜਿਹੜੀ ਮਾਰਕੀਟ ਨਵੀਂ ਮੰਡੀ ਆ, ਉਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਕੰਜ਼ਿਊਮਰ ਆ ਉਹ ਚਮਕ ਦਮਕ ਦੇ ਵਿੱਚ ਜਿਹੜਾ ਉਹ ਜ਼ਿਆਦਾ ਫਸ ਗਿਆ। ਦੇਖੋ ਮਗਾ ਭਾਜੀ, ਬਿਲਕੁਲ ਤੁਸੀਂ ਸਹੀ ਕਿਹਾ। ਜਿਹੜਾ ਆਪਣਾ
ਇੰਡੀਆ ਦਾ ਸਿਸਟਮ, ਪਿੱਛੇ ਵਾਲਾ ਸਿਸਟਮ ਲਈਏ, ਜੇ ਤੁਹਾਡੇ ਕੋਲ ਪੈਸੇ ਹੈਗੇ ਹੈ ਤਾਂ ਤੁਸੀਂ ਜਾ ਕੇ ਸਮਾਨ ਖਰੀਦ ਲਓਗੇ, ਜੇ ਤੁਹਾਡੇ ਕੋਲ ਸੇਵਿੰਗ ਹੈਗੀ ਹੈ ਤਾਂ ਤੁਸੀਂ ਘਰ ਬਣਾ ਲਓਗੇ। ਅੱਜ ਕੱਲ ਵੈਸਟਰਨ ਕੰਟਰੀਜ਼ ਵਿੱਚ ਇਹ ਕੰਟਰੀਜ਼ ਜਿਹੜੇ ਹੈਗੇ ਨਾ, ਇਹ ਡੈਟ ਨਾਲ ਹੀ ਖੜੇ ਹੋਏ ਹੈ। ਇਹਨਾਂ ਦੀ ਇਕਨੋਮੀ ਜਿਹੜੀ ਹੈਗੀ ਹੈ, ਜਿਹੜੇ ਸਿਸਟਮਸ ਹੈਗੇ, ਜਿਹੜੇ ਆਪਣੀ ਕ੍ਰੈਡਿਟ ਰਿਪੋਰਟ ਹੈਗੀ ਹੈ, ਜਾਂ ਆਪਣੇ ਬੈਂਕ ਤੋਂ ਲੋਨ ਮਿਲ ਜਾਂਦਾ ਹੈ, ਬੈਂਕ ਤੋਂ ਮੌਰਗੇਜ ਮਿਲ ਜਾਂਦੀ ਹੈ, ਇਹ ਸਾਰੀ ਪੂਰੀ ਇਕਨੋਮੀ ਡੈਟ ਤੇ ਹੀ ਬੇਸਡ ਹੈ। ਪ੍ਰੋਬਲਮ ਕਿੱਥੇ ਆ ਰਹੀ ਹੈ ਹੁਣ? ਡੈਟ ਇੰਨਾ ਕੁ ਵੱਧ ਗਿਆ ਕਿ ਉਹ ਕਰੀਬਨ ਸਿਰ ਤੋਂ ਹੁਣ ਪਾਣੀ ਉੱਪਰ ਨੂੰ ਜਾਣ ਲੱਗਾ। ਜਾਂ ਤਾਂ ਹੁਣ ਫਿਰ ਅਮਰੀਕਾ ਦੀ ਤਰ੍ਹਾਂ ਕਰੰਸੀ ਛਾਪੀ ਜਾਓ ਤੇ ਲੋਕਾਂ ਨੂੰ ਆਪਣਿਆਂ ਦੇ ਵਿੱਚ ਸਿੱਟੀ ਜਾਓ ਤੇ ਤੁਹਾਨੂੰ ਪੁੱਛਣੇ ਵਾਲਾ ਕੋਈ ਹੋਵੇ ਨਾ। ਦੇਖੋ ਮਗਾ ਭਾਜੀ, ਅਮਰੀਕਾ ਦੀ ਜੇ ਤੁਸੀਂ ਗੱਲ ਕਰ ਰਹੇ ਹੋ ਨਾ, ਠੀਕ ਹੈ, ਉਹ ਵੀ ਕਰੰਸੀ ਛਾਪ ਰਿਹਾ, ਕੈਨੇਡਾ ਵੀ ਕਰੰਸੀ ਛਾਪ ਰਿਹਾ, ਯੂਰੋਪੀਅਨ ਕੰਟਰੀਜ਼ ਵੀ ਕਰੰਸੀ ਛਾਪ ਰਹੇ, ਸਾਰੇ ਇਹੀ ਕਰ ਰਹੇ, ਇਹੀ ਛਾਪ ਕੇ ਆਪਾਂ ਦੇ ਰਹੇ ਅੱਗੇ ਕਰੰਸੀ, ਉਹਦੇ ਨਾਲ ਡੈਟ ਵੱਧ ਰਿਹਾ ਜੋ ਵੀ ਹੈ। ਪ੍ਰੋਬਲਮ ਕਿੱਥੇ ਹੈ? ਜਿਹੜੀ US ਦੀ ਇਕਨੋਮੀ ਹੈ, ਬਹੁਤ ਹੀ ਡਾਈਵਰਸ ਇਕਨੋਮੀ ਹੈ। ਉੱਥੇ ਤੁਹਾਨੂੰ ਬੈਂਕਸ ਵੀ ਮਿਲ ਜਾਣਗੇ, ਮਾਈਨਿੰਗ ਵੀ ਮਿਲ ਜਾਏਗੀ, ਆਇਲ ਵੀ ਮਿਲ ਜਾਏਗਾ, ਸਰਵਿਸਿਜ਼ ਵੀ ਮਿਲ ਜਾਣਗੀਆਂ, ਬੈਂਕਿੰਗ ਵੀ ਮਿਲ ਜਾਏਗੀ, ਇੰਸ਼ੋਰੈਂਸ ਵੀ ਮਿਲ ਜਾਏਗੀ, ਫਾਰਮਾਸਿਊਟੀਕਲ ਕੰਪਨੀਆਂ ਵੀ ਮਿਲ ਜਾਣਗੀਆਂ, IT ਕੰਪਨੀਆਂ ਵੀ ਮਿਲ ਜਾਣਗੀਆਂ, ਟੈਲੀਕਮਿਊਨੀਕੇਸ਼ਨ ਕੰਪਨੀਆਂ, ਬਹੁਤ ਹੀ ਜ਼ਿਆਦਾ ਡਾਈਵਰਸ ਇਕਨੋਮੀ ਹੈ। ਤੇ ਉੱਥੇ ਕੰਪੀਟੀਸ਼ਨ ਕਿਉਂ ਹੈ? ਇੱਥੇ ਇਹ ਨਹੀਂ ਹੈ ਕਿ ਸਿਰਫ ਬੈਂਕ ਹੈ ਤਾਂ ਇੱਥੇ ਕੈਨੇਡਾ ਵਾਂਗੂ 5 ਹੀ ਬੈਂਕ ਹੈਗੇ ਆ। ਇੱਥੇ ਜਿਹੜੀ ਟੈਲੀਕਮਿਊਨੀਕੇਸ਼ਨ ਕੰਪਨੀ ਹੈ, 2 ਹੀ ਰੋਜਰਸ ਜਾਂ ਬੈਲ, 2 ਹੀ ਟੈਲੀਕਮਿਊਨੀਕੇਸ਼ਨ ਕੰਪਨੀ ਹੈ। ਕੰਪੀਟੀਸ਼ਨ ਹੀ ਨਹੀਂ ਹੈਗਾ। ਹੁਣ ਕੈਨੇਡਾ ਵਾਸਤੇ ਹੁਣ ਜਿਹੜੀ ਆਪਣੀ ਕਰੰਟ ਲਿਬਰਲ ਸਰਕਾਰ ਹੈਗੀ ਹੈ, ਇਹਨਾਂ ਨੇ ਓਪਨਲੀ ਕਿਹਾ ਕਿ ਅਸੀਂ ਆਇਲ ਇਕਨੋਮੀ ਨੂੰ ਹੌਲੀ ਹੌਲੀ ਫੇਜ਼ ਆਊਟ ਕਰਨਾ ਹੈ। ਉਹਦਾ ਮਤਲਬ ਇਹ ਹੈ ਕਿ ਓਬਵੀਅਸਲੀ ਦੇ ਡੋਂਟ ਵਾਂਟ ਇਵਨ ਆਇਲ, ਜਿਹੜਾ ਆਇਲ ਤੋਂ ਪੈਸਾ ਆਉਂਦਾ ਹੈ ਸਾਨੂੰ ਕੈਨੇਡੀਅਨ ਇਕਨੋਮੀ ਨੂੰ, ਉਹ ਵੀ ਘਟਾ ਰਹੇ ਹੈ। ਠੀਕ ਹੈ, এনवायरमेंट ਦੇ ਪਿੱਛੇ ਲੱਗ ਕੇ ਜੋ ਵੀ ਐਲਬਰਟਾ 'ਚ ਹਾਲ ਹੋ ਰਿਹਾ, ਆਮ ਸ਼ੋਰ ਸਾਰਿਆਂ ਨੂੰ ਪਤਾ ਹੀ ਹੋਏਗਾ। ਬਿਲਕੁਲ। ਸੋ ਅਗੇਨ ਸਾਡੀ ਜਿਹੜੀ ਕੈਨੇਡੀਅਨ ਇਕਨੋਮੀ ਹੈਗੀ ਹੈ, ਇਹਨੂੰ ਰਿਵਾਈਵ ਕਰਨਾ ਬਹੁਤ ਹੀ ਔਖਾ ਹੈ, ਕਿਉਂਕਿ ਸਾਡੀ ਇਕਨੋਮੀ ਡਾਈਵਰਸੀਫਾਈਡ ਹੀ ਨਹੀਂ ਹੈਗੀ। US ਦੀ ਇਕਨੋਮੀ ਜੇ ਤੁਸੀਂ ਕੰਪੇਅਰ ਕਰੋ, ਬਹੁਤ ਡਾਈਵਰਸੀਫਾਈਡ ਇਕਨੋਮੀ ਹੈ, ਜਿਹੜੀ ਉਹਨੇ ਰਿਵਾਈਵ ਕਰਨਾ ਹੈ, ਔਰ ਜਿਹੜਾ ਉਹਦਾ ਟਰਨ ਅਰਾਊਂਡ ਟਾਈਮ ਹੈ ਉਹ ਰਿਲੇਟਿਵਲੀ ਬਹੁਤ ਫਾਸਟ ਹੋਣਾ ਕੰਪੇਅਰ ਟੂ ਕੈਨੇਡਾ। ਸੋ ਅਗੇਨ ਇਹ ਬਹੁਤ ਮੇਜਰ ਫਰਕ ਹੈਗਾ ਸਾਡੀ ਦੋਨੋਂ ਇਕਨੋਮੀ। ਬਿਲਕੁਲ ਜੀ, ਅੱਜ ਗੱਲਾਂ ਬਾਤਾਂ ਗੋਇਲ ਸਾਹਿਬ ਕੀਤੀਆਂ। ਮੈਨੂੰ ਨਾ ਤੁਸੀਂ ਯਕੀਨ ਕਰਿਓ, ਮੈਨੂੰ ਬਹੁਤ ਪੁਰਾਣੇ ਮੈਂ ਟਾਈਮ ਦੇ ਵਿੱਚ ਚਲਾ ਗਿਆ ਸੀਗਾ, ਸਕੂਲ ਟਾਈਮ ਦੇ ਵਿੱਚ ਚਲ ਗਿਆ ਸੀ, ਕਿਉਂਕਿ ਸਕੂਲ ਦੇ ਵਿੱਚ ਮੈਨੂੰ ਯਾਦ ਆਇਆ ਕਿ ਅਸੀਂ ਥੋੜ੍ਹੀ ਬਹੁਤੀ ਇੱਦਾਂ ਦੀ ਡਿਬੇਟ ਜਿਹੜੀ ਆ ਉਹ ਕਰਦੇ ਹੁੰਦੇ ਸੀਗੇ, ਇਹ ਕਰਜ਼ਿਆਂ ਬਾਰੇ ਕਿਉਂ ਹੁੰਦੇ ਆ, ਕੀ ਬਾਣੀਏ ਦਾ ਰੋਲ ਆ। ਉਦੋਂ ਤੋਂ ਇਹ ਫਿਰ ਹੌਲੀ ਹੌਲੀ ਇਹ ਚੀਜ਼ਾਂ ਜਿਹੜੀਆਂ ਆ ਇਹ ਨਵੀਨਤਮ ਥਿਊਰੀ ਦੇ ਵਿੱਚ ਬਦਲਦੀਆਂ ਗਈਆਂ ਉੱਪਰ। ਪਰ ਆਮ ਬੰਦਾ ਜਿਹੜਾ ਆ ਨਾ, ਉਹਨਾਂ ਦੀ ਸਮਝ ਤੋਂ, ਜਿਹੜਾ ਐਵਰੇਜ ਇਨਸਾਨ ਆ ਨਾ, ਉਹਨਾਂ ਦੀ ਸਮਝ ਤੋਂ ਇਹ ਚੀਜ਼ਾਂ ਅੱਜ ਵੀ ਬਹੁਤ ਜਿਹੜੀਆਂ ਆ ਇਹ ਦੂਰੀ ਦੇ ਉੱਤੇ। ਦੇਖੋ ਹਾਈ ਲੈਵਲ ਤੇ ਜੇ ਤੁਸੀਂ ਕਹੋ ਡੈਫੀਨੇਟਲੀ ਬਹੁਤ ਦੂਰੀ ਤੇ ਹੈ, ਲੇਕਿਨ ਲੋ ਲੈਵਲ ਤੇ ਹੁਣ ਐਕਸੈਸਿਬਿਲਿਟੀ ਗਵਰਨਮੈਂਟ ਨੇ, ਬੈਂਕਾਂ ਨੇ ਬਣਾਤੀ ਹੈ ਕਿ ਹਾਂ ਤੁਸੀਂ ਕਰਜ਼ਾ ਲਓ, ਤੇ ਇਹ ਸਿਸਟਮ ਬਣਾਤਾ ਕਿ ਕਰਜ਼ਾ ਲੈ ਕੇ ਹੀ ਸਾਰਾ ਕੁਝ ਹੁੰਦਾ ਹੈ। ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਅਸੀਂ ਲੋਕ ਜਿਹੜੇ ਹੈਗੇ, ਸਪੈਸ਼ਲੀ ਆਪਣੀ ਕਮਿਊਨਿਟੀ, ਜਦੋਂ ਆਪਾਂ ਇੱਥੇ ਆਉਂਦੇ ਹਾਂ, ਸਾਨੂੰ ਐਕਸੈਸ ਮਿਲਦਾ ਹੈ ਕ੍ਰੈਡਿਟ ਦਾ, ਕ੍ਰੈਡਿਟ ਕਾਰਡ ਮਿਲਦੇ ਆ, ਅਸੀਂ ਭੁੱਲ ਜਾਂਦੇ ਹਾਂ ਕਿ ਐਂਡ ਆਫ ਦਾ ਡੇ ਤੁਸੀਂ ਲਾਣਾ ਵੀ ਹੈ ਤੇ ਉਹਨੂੰ ਮੈਨੇਜ ਕਿੱਦਾਂ ਕਰਨਾ ਹੈ ਪੈਸੇ ਨੂੰ। ਇਹ ਬਹੁਤ ਸਾਡੇ 'ਚ ਮਿਸਕਨਸੈਪਸ਼ਨਸ ਹੈ। ਤੁਸੀਂ ਵਿਸ਼ਵਾਸ ਨਹੀਂ ਕਰੋਗੇ, ਅਸੀਂ ਕਈ ਵਾਰ ਸੋਚਦੇ ਹਾਂ ਕਿ ਇੱਥੇ ਕੈਨੇਡਾ 'ਚ ਆ ਗਏ ਹਾਂ, ਆਪਾਂ ਬਜ਼ੁਰਗ ਹੋਵਾਂਗੇ, ਗਵਰਨਮੈਂਟ ਨੇ ਟੇਕ ਕੇਅਰ ਕਰ ਲੈਣੀ ਹੈ, ਠੀਕ ਹੈ, ਸਾਨੂੰ CPP ਮਿਲ ਜਾਣੀ ਹੈ, ਸਾਨੂੰ OAS ਮਿਲ ਜਾਣੀ ਹੈ। ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕੁਝ ਮਿਲਣਾ ਨਹੀਂ ਹੈਗਾ, ਕਿੰਨਾ ਮਿਲਣਾ ਇਹ ਵੀ ਨਹੀਂ ਪਤਾ, ਕਦੋਂ ਮਿਲਣਾ ਇਹ ਵੀ ਨਹੀਂ ਪਤਾ। ਸੋ ਅਗੇਨ ਉਦੋਂ ਤੱਕ ਜੀਂਦੇ ਵੀ ਰਹਿਣਾ ਇਹ ਵੀ ਨਹੀਂ ਪਤਾ। ਦੇਖੋ ਜੀਣ ਜਾਂ ਮਰਨ ਦਾ ਤਾਂ ਕਿਸੇ ਨੂੰ ਕੁਝ ਨਹੀਂ ਪਤਾ, ਲੇਕਿਨ ਸਪੋਜ਼ ਜੇ ਤੁਸੀਂ ਜਿੰਦੇ ਰਹਿ ਵੀ ਗਏ, CPP ਕਿੰਨੀ ਮਿਲਣੀ ਹੈ ਅੱਜ ਦੀ ਡੇਟ ਵਿੱਚ ਕੋਈ ਅੰਦਾਜ਼ਾ ਨਹੀਂ ਹੈਗਾ ਲੋਕਾਂ ਨੂੰ। ਬਿਲਕੁਲ, ਇਹ 'ਤੇ ਵੀ ਆਪਾਂ ਗੱਲ ਕਰਨੀ ਹੈ ਕਿ ਲੋਕਾਂ ਨੂੰ CPP ਕੰਟਰੀਬਿਊਸ਼ਨ ਦਾ ਹੀ ਨਹੀਂ ਪਤਾ ਬਈ ਐਕਚੁਅਲੀ ਅਸੀਂ ਕਿਉਂ ਕੰਟਰੀਬਿਊਟ ਕਰਦੇ ਹਾਂ, ਇਹਦਾ ਮਤਲਬ ਐਕਚੁਅਲ ਕੀ ਹੈ। ਇਹਦੇ ਉੱਤੇ ਵੀ ਕਿਉਂਕਿ ਹੁਣ ਅਸੀਂ ਸਾਡੀ ਟੀਮ ਜਿਹੜੀ ਆ, ਇੱਕ ਟੀਮ ਆ, ਅਸੀਂ ਫਰਾਈਡੇ ਨੂੰ ਜਿਹੜੀਆਂ ਆ ਇਹਨਾਂ ਦੇ ਬਾਰੇ ਜਿਹੜੀਆਂ ਗੱਲਾਂ ਬਾਤਾਂ ਕਰਿਆ ਕਰ ਰਹੀਆਂ, ਕਿਉਂਕਿ ਇਹ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਆ। ਤੁਸੀਂ ਐਵਰੀਡੇ ਕੰਮ ਤੋਂ, ਘਰ ਤੋਂ ਕੰਮ 'ਤੇ ਜਾਂਦੇ ਹੋ, ਤੁਹਾਡੇ ਨਾਲ ਕਿਸੇ ਵੀ ਵਕਤ ਐਕਸੀਡੈਂਟ ਹੋ ਸਕਦਾ ਹੈ, ਇੰਜਰੀ ਹੋ ਸਕਦੀ ਆ, ਤੁਹਾਡੀ ਜੌਬ ਜਾ ਸਕਦੀ ਆ, ਜੌਬ ਚਲ ਗਈ, ਕਦੀ ਸੋਚਿਆ ਕਿੱਥੋਂ ਤੁਸੀਂ ਕਰਦਾ। ਤੁਸੀਂ ਇਹ ਦੇਖੋ COVID-19 ਆਇਆ ਸੀਗਾ, ਜੇ ਸਰਕਾਰ $2000 ਨਾ ਦਿੰਦੀ, ਮੈਂ ਕਹਿੰਦਾ ਇੱਥੇ ਲੋਕਾਂ ਨੇ ਆਪਣੇ ਪੇਪਰ ਲੈ ਕੇ ਇੱਕ ਦੂਜੇ ਦੇ ਪਿੱਛੇ ਫਿਰਨਾ ਸੀ, ਭਾਈ ਮੇਰੀ ਕਿਸ਼ਤ ਤੂੰ ਸਾਂਭ ਲਾ, ਮੇਰੀ ਕਿਸ਼ਤ ਤੂੰ ਸਾਂਭ ਲਾ। ਮੰਗਾ ਭਾਜੀ, ਜਦੋਂ ਕੋਵਿਡ ਤੋਂ ਪਹਿਲਾਂ, ਮੈਂ ਫਰਵਰੀ ਦੀ ਗੱਲ ਕਰ ਰਿਹਾ, ਦੇਰ ਵਾਸ ਆਈ ਥਿੰਕ ਜਨਵਰੀ ਜਾਂ ਫਰਵਰੀ ਵਿੱਚ ਇੱਕ ਰਿਪੋਰਟ ਆਈ ਸੀ ਕਿ MNP ਡੈਟ ਕੰਸੋਲੀਡੇਸ਼ਨ ਵਾਲਿਆਂ ਦੀ, ਉਹਨਾਂ ਨੇ ਕਿਹਾ ਸੀਗਾ ਕੈਨੇਡੀਅਨਸ ਆਰ $200 ਅਵੇ ਫਰਮ ਬੈਂਕਰਪਸੀ।
ਮੈਂ ਕੋਵਿਡ ਤੋਂ ਪਹਿਲਾਂ ਦੀ ਗੱਲ ਕਰ ਰਿਹਾ। ਉਹਦਾ ਮਤਲਬ ਇਹ ਹੈ ਕਿ ਲੋਕਾਂ ਦੀ ਹਾਲਤ ਇੰਨੀ ਕੁ ਬੁਰੀ ਹੈਗੀ ਕਿ $200 ਜੇ ਉਹਨਾਂ ਕੋ ਜ਼ਿਆਦਾ ਉਹਨਾਂ ਦਾ ਖਰਚਾ ਹੋ ਜਾਏ, ਦੇ ਆਰ ਔਨ ਦ ਬ੍ਰਿੰਕ ਆਫ ਬੈਂਕਰਪਸੀ। ਇੱਥੇ ਪੈਸੇ ਕਮਾਉਣ ਦਾ ਪ੍ਰੋਬਲਮ ਨਹੀਂ ਹੈਗਾ, ਇੱਥੇ ਪ੍ਰੋਬਲਮ ਹੈਗਾ ਕੈਨੇਡਾ 'ਚ ਹਾਊ ਯੂ ਸਪੈਂਡ ਮਨੀ। ਜਿਹੜਾ ਆਪਾਂ ਸੋਚਦੇ ਹੀ ਨਹੀਂ ਹੈਗੇ ਕਿ ਕਿਸ ਤਰ੍ਹਾਂ ਸਪੈਂਡ ਕਰ ਰਹੇ ਹਾਂ। ਕਦੀ ਵੀ ਕਿਸੇ ਵੀ ਇਕਨੋਮੀ 'ਚ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਕੋਈ ਬੰਦਾ 50,000 ਕਮਾਉਂਦਾ, ਉਹ ਵੀ ਜੀ ਰਿਹਾ, ਤੇ ਜਿਹੜਾ ਬੰਦਾ 5 ਲੱਖ ਕਮਾ ਰਿਹਾ ਉਹ ਵੀ ਜੀ ਰਿਹਾ, ਲੇਕਿਨ ਦੋਨਾਂ ਦੀ ਹਾਲਤ ਆਲਮੋਸਟ ਸੇਮ ਹੈ। ਉਹ ਕਿਉਂ ਸੇਮ ਹੈ? ਕਿਉਂਕਿ ਪਤਾ ਹੀ ਨਹੀਂ ਹੈਗਾ ਕਿ ਅਸੀਂ ਪੈਸਾ ਕਮਾ ਤਾਂ ਰਹੇ ਹਾਂ, ਲੇਕਿਨ ਉਹ ਪੈਸੇ ਨੂੰ ਵਰਤਣਾ ਕਿੱਦਾਂ, ਉਹਨੂੰ ਯੂਜ਼ ਕਿੱਦਾਂ ਕਰਨਾ ਹੈ। ਸਾਡਾ ਆਪਾਂ ਕ੍ਰੈਡਿਟ ਕਾਰਡ ਲਈ ਜਾ ਰਹੇ ਹਾਂ, ਸਾਰੇ ਕ੍ਰੈਡਿਟ ਕਾਰਡ ਭਰੇ ਪਏ ਆ, ਪਤਾ ਹੀ ਨਹੀਂ ਹੈਗਾ ਕਿ ਕਿੱਥੇ ਕਿਹੜਾ ਕਿੰਨਾ ਇੰਟਰਸਟ ਜਾ ਰਿਹਾ। ਇਨਵੈਸਟਮੈਂਟਸ ਜ਼ੀਰੋ, ਸੇਵਿੰਗਸ ਜ਼ੀਰੋ, ਸਿਕਿਉਰਿਟੀ ਜ਼ੀਰੋ। ਸਾਨੂੰ ਇਹ ਪਤਾ ਹੈ ਕਿ ਆਪਾਂ ਵੱਡੇ ਤੋਂ ਵੱਡਾ ਸੋਫਾ ਲੈਣਾ, ਵੱਡੇ ਤੋਂ ਵੱਡਾ ਘਰ ਲੈਣਾ, ਬੈਸਟ ਕਾਰ ਲੈਣੀ ਹੈ, ਲੋਕਾਂ ਨੂੰ ਦਿਖਾਵਾ ਕਰਨਾ। ਇਹੀ ਸਾਡਾ ਅਨਫੋਰਚੂਨੇਟਲੀ ਹੌਲੀ ਹੌਲੀ ਇਹੀ ਕਲਚਰ ਬਣਦਾ ਜਾ ਰਿਹਾ। ਬਿਲਕੁਲ ਜੀ, ਜੇ ਕਦੀ ਨਿਗਾਹ ਮਾਰ ਕੇ ਦੇਖਿਓ ਆਪਣੇ ਪੁਰਾਣੇ ਟਾਈਮਾਂ ਦੇ ਵਿੱਚ, ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਹਾਡਾ ਕੋਈ ਵੀ ਜੇ ਸਵਾਲ ਹੈਗਾ ਆ, ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਗੱਲ ਸਮਝਣ ਦੇ ਲਈ ਕੋਈ ਪ੍ਰੋਬਲਮ ਆ ਰਹੀ ਆ ਤੁਹਾਨੂੰ, ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਲੈਣੀ ਆ 905 790 9099 ਦੇ ਉੱਤੇ, ਤੇ ਗੋਇਲ ਸਾਹਿਬ ਤੁਹਾਡੀ ਜਿਹੜੀ ਆ ਕਾਲ ਦਾ ਜਿਹੜਾ ਆਨਸਰ ਆ ਉਹ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਜੀ ਕਰਨਗੇ। ਸੋ ਇੱਕ ਕਾਲ ਆ ਜੀ, ਆਪਾਂ ਜਾਂਦੇ ਆ ਪਹਿਲਾਂ ਉਸ ਕਾਲ ਦੇ ਉੱਤੇ, ਫਿਰ ਕਰਦੇ ਆ ਅੱਗੇ ਗੱਲਬਾਤ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਮੰਗੇ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਅੱਗੇ ਪਰਦੇਸੀ ਤੇ ਹੁੰਦੇ ਸੀਗੇ ਯਾਰ, ਮੁੜ ਕੇ ਸੁਣੇ ਨਾ ਦੇਖੇ, ਅੱਜ ਦੇਖਿਆ ਤੁਹਾਨੂੰ। ਇੱਕੋ ਹੀ ਟੀਮ ਹੈ ਜੀ, ਪਰਦੇਸੀ ਵੀ ਆ, ਵਿਜ਼ਨ ਪੰਜਾਬ ਇੱਕੋ ਹੀ ਟੀਮ ਹੈ ਜੀ। ਹੁਣ ਅਸੀਂ ਜਦੋਂ ਤੁਸੀਂ ਪੰਜਾਬੀ ਚੈਨਲ ਦੀ ਪ੍ਰੋਫਾਈਲ ਤੇ ਜਾਂਦੇ ਆ, ਸੋ ਵਿਜ਼ਨ ਪੰਜਾਬ ਜਿਹੜਾ ਹੈ ਜੀ ਉਹ ਇੱਕਦਮ ਮੂਹਰੇ ਆ ਜਾਂਦਾ ਹੈ, ਤੇ ਇੱਥੇ ਅਸੀਂ 6 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜਾ ਪ੍ਰੋਗਰਾਮ ਪੇਸ਼ ਕਰਦੇ ਆ, ਆਪਣੇ ਮੰਗਲਵਾਰ, ਵੀਰਵਾਰ ਅਤੇ ਸ਼ੁੱਕਰਵਾਰ। ਅੱਛਾ ਜੀ। ਹਾਂਜੀ, ਠੀਕ ਆ। ਤੇ ਪਰਦੇਸੀ ਤੇ ਕਿਹੜਾ ਟਾਈਮ? ਉੱਥੇ ਰਿਕਾਰਡਡ ਜਿਹੜਾ ਪ੍ਰੋਗਰਾਮ ਚੱਲਦੇ, ਕਿਉਂਕਿ ਕੋਵਿਡ-19 ਦਾ ਕਰਕੇ ਉੱਥੇ ਪ੍ਰੋਗਰਾਮ ਜਿਹੜੇ ਆ ਲਾਈਵ ਰੋਕੇ ਹੋਏ ਸੀ। ਅੱਛਾ ਅੱਛਾ, ਹਾਂਜੀ ਠੀਕ ਆ। ਹੁਣ ਇੱਥੇ ਤੁਸੀਂ 7 ਤੋਂ? ਹਾਂਜੀ, ਇੱਥੇ 6 ਵਜੇ ਤੋਂ ਲੈ ਕੇ 7 ਵਜੇ ਤੱਕ। ਹਾਂਜੀ, 6 ਤੋਂ 7 ਤੱਕ। ਠੀਕ ਆ। ਹਾਂਜੀ ਠੀਕ ਆ। ਤੁਹਾਡੀ ਮਤਲਬ ਦੋਵਾਂ ਦੀ ਸੀ ਨਾ, ਆਪਣੇ ਦੂਏ ਦੀ ਸਤਨਾਮ ਦੀ ਤੇ ਦੋਵਾਂ ਦੀ ਜੋੜੀ ਸੀ ਅੱਗੇ? ਹਾਂਜੀ, ਹੁਣ ਇੱਥੇ 6 ਤੋਂ 7 ਮੇਰੇ ਨਾਲ ਸ਼ੁੱਕਰਵਾਰ ਨੂੰ ਗੋਇਲ ਸਾਹਿਬ ਹੁੰਦੇ ਆ। ਗੋਇਲ ਸਾਹਿਬ ਵੀ ਪਹਿਲਾਂ ਉੱਥੇ ਸਾਡੇ ਨਾਲ ਪ੍ਰੋਗਰਾਮ ਕਰਦੇ ਸੀਗੇ, ਤੇ ਬਾਕੀ ਦਿਨ ਮੇਰੇ ਨਾਲ ਟੋਨੀ ਜੌਲ ਹੁੰਦੇ ਆ। ਤੇ ਰੇਡੀਓ ਦੇ ਉੱਤੇ ਸਵੇਰ ਨੂੰ ਜਿਹੜਾ ਸ਼ਨੀਵਾਰ ਤੇ ਐਤਵਾਰ 9 ਵਜੇ ਤੋਂ ਲੈ ਕੇ 10 ਵਜੇ ਤੱਕ 770 AM ਦੇ ਉੱਤੇ ਪ੍ਰੋਗਰਾਮ ਵੀ ਹੁੰਦਾ ਹੈ ਜੀ। 770 ਤੇ। ਠੀਕ ਆ। ਹਾਂਜੀ, ਠੀਕ ਆ। ਧੰਨਵਾਦ ਜੀ। ਪ੍ਰੋਗਰਾਮ ਤਾਂ ਸੇਮ ਹੀ ਆ ਨਾ? ਬਿਲਕੁਲ ਜੀ, ਗੱਲਾਂ ਬਾਤਾਂ ਆਪਣੀਆਂ ਉਵੇਂ ਹੀ ਆ, ਖੁੱਲੀਆਂ ਗੱਲਾਂ ਬਾਤਾਂ। ਚਲੋ ਵਧੀਆ, ਤੁਹਾਡੀ ਬਾਤ ਸੁਣ ਲਿਆ। ਹਾਂਜੀ, ਧੰਨਵਾਦ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਕਈ ਜਿੱਦਾਂ ਕਹਿੰਦੇ ਨੇ ਕੁੰਭ ਦੇ ਮੇਲੇ ਦੇ ਵਿੱਚ ਵਿਛੜ ਜਾਂਦੇ ਆ, ਸੋ ਜਿਹੜੇ ਵਿਛੜੇ ਹੋਏ ਕਈ ਵਾਰੀ ਆਪਾਂ ਜਿਹੜਾ ਜੀ ਉਹ ਇੱਦਾਂ ਲੱਭ ਜਾਂਦੇ ਆ, ਕਿਉਂਕਿ ਬੜੀ ਦੁਨੀਆ ਜਿਹੜੀ ਛੋਟੀ ਜਿਹੀ ਆ। www ਨੇ ਤਾਂ ਬਹੁਤ ਇਹਨੂੰ ਇੱਕ ਛੋਟਾ ਜਿਹਾ ਪਿੰਡ ਬਣਾ ਦਿੱਤਾ ਇੰਟਰਨੈਟ ਨੇ। ਸੋ ਦੁਨੀਆ ਬਹੁਤ ਛੋਟੀ ਆ, ਬੜੀ ਜਲਦੀ ਅੱਜ ਕੱਲ੍ਹ ਤਾਂ ਇੱਦਾਂ ਦੇ ਸੋਸ਼ਲਸ ਐਪ ਆ ਕਿ ਤੁਹਾਨੂੰ ਜਨਮ ਦੇ ਕਹਿੰਦੇ ਸੁਪਨੇ ਨੂੰ ਪਹਿਲਾਂ ਕਿਹਾ ਜਾਂਦਾ ਹੁੰਦਾ ਸੀ। ਗੋਇਲ ਸਾਹਿਬ ਜਦੋਂ ਸੁਪਨਾ ਨਾ, ਸੁਪਨਾ ਜਿਹੜਾ ਡਰੀਮ ਆ, ਡਰੀਮ ਨੂੰ ਕਹਿੰਦੇ ਹੁੰਦੇ ਸੀ ਕਿ ਸੁਪਨਿਆਂ ਤੂੰ ਸੁਲਤਾਨ ਹੈ, ਉੱਤਮ ਤੇਰੀ ਜਾਤ, ਜਨਮ ਦੇ ਵਿਛੜੇ ਤੇ ਆਣ ਮਿਲਾਵੇ ਰਾਤ। ਕਿਉਂਕਿ ਸੁਪਨਾ ਇੱਦਾਂ ਦੀ ਚੀਜ਼ ਆ ਕਿ ਤੁਹਾਨੂੰ ਭਾਵੇਂ ਕੋਈ ਬੰਦਾ ਕਿਤੇ ਵੀ ਹੋਵੇ, ਪਰ ਉਹ ਸੁਪਨੇ ਦੇ ਵਿੱਚ ਤੁਹਾਨੂੰ ਆ ਕੇ ਤੁਹਾਡੇ ਨਾਲ ਗੱਲਾਂ ਕਰਦਾ ਹੈ, ਤੁਹਾਨੂੰ ਮਿਲ ਲੈਂਦਾ ਆ। ਸੋ ਸੁਪਨੇ ਤੋਂ ਇੱਕ ਜੀ ਬੜੀ ਇੱਕ ਇੰਡੀਆ ਦੇ ਪ੍ਰੈਜ਼ੀਡੈਂਟ ਸੀਗੇ ਅਬਦੁਲ ਕਲਾਮ ਸਾਹਿਬ। ਹਾਂਜੀ, ਕਲਾਮ ਸਾਹਿਬ। ਉਹਨਾਂ ਦਾ ਇੱਕ ਕਹਾਵਤ ਹੈਗੀ, ਉਹ ਕਹਿੰਦੇ ਸੁਪਨਾ ਉਹ ਨਹੀਂ ਹੁੰਦਾ ਜਿਹੜਾ ਤੁਸੀਂ ਸੁੱਤੇ ਹੋਏ ਦੇਖਦੇ ਹੋ। ਹਾਂਜੀ, ਸੁਪਨਾ ਉਹ ਹੁੰਦਾ ਜੋ ਤੁਹਾਨੂੰ ਸੌਣ ਨਾ ਦੇਵੇ। ਬਿਲਕੁਲ, ਤੇ ਬੜੀ ਡੂੰਘੀ ਗੱਲ ਕੀਤੀ ਸੀ। ਬਿਲਕੁਲ ਜਿਹੜਾ ਉਸ ਸੁਪਨੇ ਦੇ ਨਾਲ, ਤੇ ਫਿਰ ਜਿਹੜੀ ਕਲਾਮ ਸਾਹਿਬ ਨੇ ਸੁਪਨੇ ਦੀ ਗੱਲ ਕੀਤੀ ਹੈ ਨਾ, ਉਹਨਾਂ ਸੁਪਨਿਆਂ ਦੇ ਨਾਲ ਤਾਂ ਫਿਰ ਮੰਜ਼ਲਾਂ ਸਰ ਕੀਤੀਆਂ ਜਾਂਦੀਆਂ ਨਾ। ਹਾਂਜੀ, ਕਿਉਂਕਿ ਉਹਨਾਂ ਦੀ ਸੋਚ ਤੇ ਅਸੀਂ ਬਹੁਤ ਦੂਰ ਹਾਂ ਜੀ। ਕਿਉਂਕਿ ਕਾਇਲ ਹਾਂ ਮੈਂ ਉਹਨਾਂ ਦਾ ਹੀ। ਮੈਂ ਪੜ੍ਹਨ ਦਾ ਜਦੋਂ ਵੀ ਕਦੀ ਮੌਕਾ ਮਿਲਿਆ ਉਹਨਾਂ ਨੂੰ ਪੜ੍ਹਿਆ,
ਉਹਨਾਂ ਦੀਆਂ ਬਿਲਕੁਲ ਜਿਵੇਂ ਤੁਸੀਂ ਉਹਨਾਂ ਦੇ ਅਲਫਾਜ਼ ਦੱਸੇ ਆ, ਇਵੇਂ ਦੇ ਬੜੀਆਂ ਉਹਨਾਂ ਨੇ ਬਰੀਕ ਬਰੀਕ ਗੱਲਾਂ ਜਿਹੜੀਆਂ ਆ ਉਹ ਕਹੀਆਂ ਆ। ਸੋ ਉਹਨਾਂ ਨੂੰ ਪੜ੍ਹ ਕੇ ਪਤਾ ਲੱਗਦਾ ਵੀ ਜ਼ਿੰਦਗੀ ਜਿਹੜੀ ਐਕਚੁਅਲ ਜ਼ਿੰਦਗੀ ਸੰਘਰਸ਼ ਆ, ਤੇ ਸੰਘਰਸ਼ ਦੇ ਵਿੱਚ ਹੀ ਜ਼ਿੰਦਗੀ ਆ। ਬੜੀਆਂ ਚੀਜ਼ਾਂ ਉਹਨਾਂ ਨੇ ਤੁਹਾਨੂੰ ਸਮਝਾਈਆਂ ਬੜੀਆਂ ਬਿਲਕੁਲ ਸੌਖੇ ਸ਼ਬਦਾਂ ਦੇ ਵਿੱਚ। ਬਿਲਕੁਲ, ਤੇ ਉਹਨਾਂ ਦੀ ਕਦੀ ਜੀਵਨੀ ਪੜ੍ਹੋ, ਉਹ ਸਾਈਕਲ ਤੇ, ਮੈਂ ਉਹਨਾਂ ਦੀ ਕੋਈ ਪੁਰਾਣੀਆਂ ਫੋਟੋਆਂ ਦੇਖੀਆਂ, ਬੈਲ ਗਾੜੀ ਤੇ ਸਾਈਕਲ ਤੇ ਲਿਜਾ ਕੇ ਉਹਨਾਂ ਨੇ ਰਾਕਟ ਅਸੈਂਬਲ ਕਰਕੇ ਉਸ ਵੇਲੇ ਰਾਕਟ ਜਿਹੜਾ ਇੰਡੀਆ ਦਾ ਤਿਆਰ ਕੀਤਾ ਸੀਗਾ ਤੇ ਪਹਿਲਾਂ ਲਾਂਚ ਕੀਤਾ ਸੀ। ਇਟ ਇਜ਼ ਅਮੇਜ਼ਿੰਗ, ਇਟਸ ਸੋ ਇੰਸਪਾਇਰਿੰਗ ਜੇ ਉਹਨਾਂ ਦੀ ਜੀਵਨੀ ਪੜ੍ਹੋ। ਬਿਲਕੁਲ ਜੀ, ਉਹ ਦੇਸ਼ ਦੇ ਰਾਸ਼ਟਰਪਤੀ ਜਿਹੜੇ ਆ ਜੀ ਉਹ ਰਹੇ ਸੀ। ਤੁਸੀਂ ਇਹ ਦੇਖੋ ਕਿ APJ ਅਬਦੁਲ ਕਲਾਮ ਹਾਰਟ ਅਟੈਕ ਦੇ ਨਾਲ ਉਹ ਇਸ ਦੁਨੀਆ ਦੇ ਵਿੱਚੋਂ ਗਏ ਸੀਗੇ। ਜਦੋਂ ਪਹਿਲੀ ਵਾਰੀ ਉਹਨਾਂ ਨੂੰ ਕਹਿੰਦੇ ਦੇਸ਼ ਦੀ ਪ੍ਰਧਾਨ ਮੰਤਰੀ ਜਿਹੜੀ ਇੰਦਰਾ ਗਾਂਧੀ ਨੂੰ ਮਿਲਣ ਦਾ ਮੌਕਾ ਮਿਲਿਆ ਸੀ, ਉਹਨਾਂ ਨੂੰ ਬੁਲਾਇਆ ਗਿਆ ਸੀਗਾ PMO ਆਫਿਸ ਦੇ ਵਿੱਚ, ਤੇ ਉਹਨਾਂ ਦੇ ਕੋਲ ਪੈਰਾਂ ਦੇ ਵਿੱਚ ਪਾਉਣ ਦੇ ਲਈ ਚੱਪਲਾਂ ਤੱਕ ਨਹੀਂ ਹੈਗੀਆਂ ਸੀਆਂ। ਤੇ ਉਹ ਦੇਸ਼ ਦਾ ਨੰਬਰ 1 ਜਿਹੜਾ ਕਹਿ ਲਓ ਵੀ ਸਾਇੰਟਿਸਟ। ਜੇ ਅੱਜ ਅਸੀਂ ਮਿਜ਼ਾਈਲ ਦੀ ਗੱਲ ਕਰਦੇ ਹਾਂ, ਇੰਡੀਆ ਮਿਸਾਈਲ ਪਾਵਰ ਦੀ ਗੱਲ ਕਰਦਾ, ਅੱਜ ਚਾਈਨਾ ਦੇ ਅਗੇਂਸਟ ਤੁਸੀਂ ਨਿਊਜ਼ ਦੇਖਦੇ ਹੋ, ਆਜ ਤੱਕ ABP ਸਾਂਝੇ ਬੜੀਆਂ ਨਿਊਜ਼ ਚੱਲਦੀਆਂ ਨਾ, ਦੇਖਦੇ ਹੋ ਕਿ ਮਿਜ਼ਾਈਲਾਂ ਜਿਹੜੀਆਂ ਬੀੜੀਆਂ ਆ ਇੱਦਾਂ ਦਿਖਾਲਦੇ ਤੁਹਾਨੂੰ। 26 ਜਨਵਰੀ 15 ਅਗਸਤ ਨੂੰ ਜਿਹੜੇ ਪ੍ਰਦਰਸ਼ਨ ਆ, ਉਹਨਾਂ ਸਭ ਦਾ ਰਚੇਤਾ ਜਿਹੜਾ ਆ ਉਹ APJ ਅਬਦੁਲ ਕਲਾਮ ਆ। ਤਾਂ ਬਿਲਕੁਲ ਜੀ, ਇਹਨਾਂ ਜਿਹੜੇ ਇੱਦਾਂ ਦੇ ਮਹਾਨ ਲੋਕ ਹੁੰਦੇ ਆ ਉਹਨਾਂ ਦੇ ਬਾਰੇ ਪੜ੍ਹਿਆ ਜ਼ਰੂਰ ਕਰੋ। ਸੋ ਜਦੋਂ ਤੁਸੀਂ ਪੜ੍ਹਦੇ ਆ ਤੇ ਐਕਚੁਅਲ ਤੁਹਾਨੂੰ ਪਤਾ ਲੱਗਦਾ ਆ ਕਿ ਉਹ ਜ਼ਿੰਦਗੀ ਲਗਜ਼ਰੀ ਦੇ ਵਿੱਚੋਂ ਨਹੀਂ ਹੈਗੇ। ਵੱਡੇ ਵੱਡੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਨੇ ਦੇ ਨਾਲ, ਬੜ ਬੜੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨੇ ਦੇ ਨਾਲ ਜਿਹੜੀ ਆ ਐਜੂਕੇਸ਼ਨ ਨਹੀਂ ਆ ਜਾਂਦੀ। ਐਜੂਕੇਸ਼ਨ ਜਿਹੜੀ ਆ ਉਹ ਜਿਨ੍ਹਾਂ ਨੇ ਲੈਣੀ ਆ, ਉਹਨਾਂ ਦੇ ਮਾਂ-ਬਾਪ ਕਹਿੰਦੇ ਆ ਕਿ ਉਹ ਮਸ਼ਵਾਰੇ ਸੀਗੇ। ਸੋ ਬੜੀ ਕਹਿ ਲਓ ਵੀ ਸਿੰਪਲ ਜਿਹੀ ਬੜੀ ਪੂਅਰ ਫੈਮਿਲੀ ਦੇ ਵਿੱਚ ਹੀ ਉਹਨਾਂ ਨੇ ਦੇਖੋ ਕਹਿ ਲਓ ਵੀ ਵਧੀਆ, ਇੰਨਾ ਵਧੀਆ ਜਿਹੜਾ ਮੰਜ਼ਿਲ ਜਿਹੜੀ ਉਹਨੂੰ ਸਰ ਕੀਤਾ ਆ। ਸੋ ਉਹਨਾਂ ਦੇ ਪਿੰਡ ਨੂੰ ਮੈਨੂੰ ਲੱਗਦਾ ਕਹਿੰਦੇ ਅੱਜ ਵੀ ਪੱਕੀ ਸੜਕ ਨਹੀਂ ਮੇਰੇ ਖਿਆਲ ਦੇ ਵਿੱਚ ਜਾਂਦੀ। ਤੁਸੀਂ ਇਹ ਦੇਖੋ ਕਿ ਅੱਜ ਕੱਲ੍ਹ ਪਿੰਡ ਦੇ ਜਿਹੜੇ ਸਰਪੰਚੀ ਆ, MLA ਆ, ਤੁਸੀਂ ਉਹਨਾਂ ਨੇ ਦੇਖੋ ਕਿ ਆਪਣੇ ਇਲਾਕਿਆਂ ਦੇ ਵਿਕਾਸ ਕਰਨ ਦੇ, ਲੋਕਾਂ ਨੂੰ ਭਰਮਾਉਣ ਦੇ ਲਈ ਕੀ ਕੀਤਾ, ਪਰ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਦੇਸ਼ ਹਿੱਤ ਲਾਈ ਆ। ਸੋ ਜਦੋਂ ਆਪਾਂ ਗੱਲਾਂ ਕਰਦੇ ਹਾਂ ਨਾ ਦੇਸ਼ ਦੀ ਆਜ਼ਾਦੀ ਦੇ ਘੁਲਾਟੀਆਂ ਦੀ, ਉਹਨਾਂ ਦੀ ਸਹੀ ਸੋਚ ਨੂੰ ਸਾਂਭ ਕੇ ਰੱਖਣ ਵਾਲੇ APJ ਅਬਦੁਲ ਕਲਾਮ ਵਰਗੇ ਜਿਹੜੇ ਆ ਜੀ ਉਹ ਲੋਕ ਹੁੰਦੇ ਆ। ਬਿਲਕੁਲ ਗੋਇਲ ਸਾਹਿਬ, ਇੱਕ ਆਪਾਂ ਛੋਟਾ ਜਿਹਾ ਬ੍ਰੇਕ ਦਾ ਟਾਈਮ ਆ। ਹਾਂਜੀ, ਸੋ ਆਪਾਂ ਇੱਕ ਛੋਟੀ ਜਿਹੀ ਇੱਥੇ ਬ੍ਰੇਕ ਲੈ ਲੈਂਦੇ ਆ, ਤੇ ਇਹ ਬ੍ਰੇਕ ਤੋਂ ਬਾਅਦ ਫਿਰ ਆਪਾਂ ਜਿਹੜੀਆਂ ਗੱਲਾਂ ਬਾਤਾਂ ਆ ਉਹ ਕਰਾਂਗੇ ਜਿਹੜੇ ਪ੍ਰੋਡਕਟਸ ਆ ਉਹਨਾਂ ਬਾਰੇ ਵੀ, ਤੇ ਐਂ ਜਿਹੜਾ ਜੀ ਪ੍ਰੋਗਰਾਮ ਨੂੰ ਆਪਾਂ ਸਿਰੇ ਚੜਾਵਾਂਗੇ। ਸੋ ਤੁਸੀਂ ਕਿਤੇ ਨਹੀਂ ਜਾਣਾ ਜੀ, ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਬ੍ਰੇਕ ਤੇ ਗਏ ਤੇ ਹੁਣੇ ਹੀ ਆਏ। ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ, ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, strong online presence, open houses until sold, negotiable commission, property कोई भी होवे, residential building, commercial spaces, hotels, gas stations, motels and many more। अपनी ड्रीम प्रॉपर्टी लैन लई आज ही संपर्क करो सुनील गर्ग नू 2042920177 ते। इंडियन कज़ीन दा स्वाद हुण कैनेडा च? जी हाँ, इंडियन कज़ीन दा स्वाद मिलेगा विनीपेग मैनीटोबा दे सिर्फ ते सिर्फ क्ले ओवन ईस्ट इंडियन रेस्टोरेंट दे विच। वो भी किसी एक जगह नहीं, बल्कि क्ले ओवन ईस्ट इंडियन रेस्टोरेंट सर्व्स you on 3 locations. For memorable food and exceptional value, you can contact us at, you can also mail us at ਪ੍ਰੀਤ ਟੀਵੀ ਵਾਲ ਮਾਊਂਟਿੰਗ ਐਂਡ ਨੈਟਵਰਕਿੰਗ ਸਰਵਿਸਿਜ਼, ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ। HD ਐਂਟੇਨਾ ਵੀ ਇੰਸਟਾਲ ਕਰਦੇ ਨੇ। ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416 843 0208 416 843 0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ। beautiful
you. Jao Renu, Hair Salon and Spa. ਜਿੱਥੇ ਮਿਲੇਗਾ ਤੁਹਾਨੂੰ ਲੇਜ਼ਰ ਹੈਅਰ ਰਿਮੂਵਲ ਐਂਡ IPL ਫੋਟੋ ਫੇਸ਼ੀਅਲ, ਜਿਸ ਦੇ ਨਾਲ ਰਿਮੂਵ ਹੋ ਸਕਦੇ ਨੇ ਪਰਮਨੈਂਟ ਸਕਿਨ ਟੈਗਸ ਐਂਡ ਪਿਗਮੈਂਟੇਸ਼ਨ। For more information, contact 204-233-3146. ਇੱਕ ਵਾਰੀ ਫਿਰ ਸਵਾਗਤ ਹੈ ਜੀ ਆਪ ਸਭ ਦਾ ਪ੍ਰੋਗਰਾਮ ਦੇ ਵਿੱਚ। ਤੁਸੀਂ ਦੇਖ ਰਹੇ ਹੋ ਪਰਿਵਾਰਿਕ ਸਾਂਝ ਪ੍ਰੋਗਰਾਮ ਵਿਜ਼ਨ ਪੰਜਾਬ ਟੀਵੀ ਦੀ ਪੇਸ਼ਕਸ਼ ਆਪਣੀਆਂ ਟੀਵੀਆਂ ਦੇ ਉੱਤੇ ਮਾਣਦੇ ਹੋ। ਅੱਜ ਗੱਲਬਾਤ ਜਿਹੜੀ ਆ ਆਪਾਂ ਪ੍ਰੋਗਰਾਮ ਦੇ ਵਿੱਚ ਕਰ ਰਹੇ ਆ, ਇਹ ਮਹਿਮਾਨ ਨਹੀਂ ਆ, ਸਾਡੀ ਟੀਮ ਦੇ ਮੈਂਬਰ ਆ। ਸੋ ਟੀਮ ਵਰਕ ਜਿਹੜਾ ਹਰ ਇੱਕ ਫਰਾਈਡੇ ਅਸੀਂ ਕਰਿਆ ਕਰਾਂਗੇ, ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਲੈ ਕੇ ਆਇਆ ਕਰਾਂਗੇ, ਨਵੀਂ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ। ਗੋਇਲ ਸਾਹਿਬ, ਤੁਹਾਡਾ ਵੀ ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਬਾਅਦ। ਬਿਲਕੁਲ ਆਪਾਂ ਜਿਵੇਂ ਗੱਲਬਾਤ ਕੀਤੀ ਸੀ ਕਿ ਅਸੀਂ ਜਾਣਕਾਰੀ ਤਾਂ ਆਪਣੇ ਦੇਣੀ ਆ ਜੋ ਵੀ ਆ, ਕਿਉਂਕਿ ਜਦੋਂ ਕਹਿੰਦੇ ਆ ਕਿ ਅਸੀਂ ਕੋਈ ਚੀਜ਼ ਨੂੰ ਸਾਡੇ ਕੋਲ ਹੁਨਰ ਆ, ਉਹਨੂੰ ਕਹਿੰਦੇ ਵੀ ਉਹਦੀ ਜਾਣਕਾਰੀ ਆਪਣੇ ਜਿਹੜੇ ਕੰਜ਼ਿਊਮਰ ਆ ਜਾਂ ਆਪਣੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਦੇਣੀ ਚਾਹੀਦੀ ਆ। ਐਕਚੁਅਲੀ ਸਿੱਖ ਧਰਮ ਦਾ ਇੱਕ ਫਲਸਫਾ ਹੈ ਕਿ ਕਹਿੰਦੇ ਵੀ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਵੰਡ ਕੇ ਛਕਣ ਦਾ ਮਤਲਬ ਇਹ ਨਹੀਂ ਹੈਗਾ ਕਿ ਗੋਇਲ ਸਾਹਿਬ ਰੱਜੇ ਹੋਏ ਨੇ ਪੂਰੇ ਰੋਟੀ ਦੇ ਨਾਲ ਤੇ ਨਰਿੰਦਰ ਜਸਵਾਲ ਹੁਣ ਰੋਟੀ ਖਾਣ ਲੱਗਾ ਆ ਤੇ ਨਰਿੰਦਰ ਜਸਵਾਲ ਦੇ ਕੋਲ ਜਿਹੜੀ ਰੋਟੀ ਆ ਤੇ ਉਹ ਆਪਣੀ ਰੋਟੀ ਜਿਹੜੀ ਅੱਧੀ ਆ ਉਹ ਗੋਇਲ ਸਾਹਿਬ ਦੇ ਨਾਲ ਵੰਡ ਕੇ ਖਾਵੇ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਵੰਡ ਕੇ ਛਕਣਾ। ਤੁਸੀਂ ਤਾਂ ਆਲਰੇਡੀ ਰੱਜੇ ਹੋਏ ਹੋ, ਤੁਸੀਂ ਕਿਉਂ ਅੱਧੀ ਰੋਟੀ ਖਾਓਗੇ ਬਈ? ਰਾਈਟ। ਮਤਲਬ ਇਹ ਆ ਕਿ ਤੁਹਾਡੇ ਕੋਲ ਜਿਹੜਾ ਫਾਈਨੈਂਸ਼ੀਅਲ ਐਡਵਾਈਜ਼ਰ ਦਾ ਇੱਕ ਤਜਰਬਾ ਆ, ਰਾਈਟ, ਸੋ ਉਹਨੂੰ ਸ਼ੇਅਰ ਮੇਰੇ ਨਾਲ ਵੰਡੋ। ਐਬਸੋਲੂਟਲੀ ਉਹ ਕਨਸੈਪਟ ਹੈ ਐਕਚੁਅਲੀ ਵੰਡ ਕੇ ਛਕਣ ਦਾ। ਦੇਖੋ ਜੀ, ਇਹ ਪ੍ਰੋਗਰਾਮ ਬਣਾਉਣ ਦਾ ਮੋਟਿਵ ਇਹੀ ਹੈ ਕਿ ਮੈਨੂੰ ਲੱਗਦਾ ਆਪਣੀ ਕਮਿਊਨਿਟੀ ਵਿੱਚ ਬਹੁਤ ਘਾਟ ਹੈਗੀ ਹੈ ਫਾਈਨੈਂਸ਼ੀਅਲ ਨੌਲੇਜ ਦੀ। ਅਸੀਂ ਵਰਡ ਸੁਣੇ ਹੋਏ ਹੈ ਕਿ ਹਾਂ ਜੀ RRSP ਹੈਗੀ ਹੈ, TFSA ਹੈਗਾ, ਲੇਕਿਨ ਜਦੋਂ ਮੈਂ ਲੋਕਾਂ ਕੋਲ ਜਾਣਾ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ। ਲੋਕਾਂ ਜਿਨ੍ਹਾਂ ਦੀ ਇਨਕਮ ਹੈਗੀ ਹੈ 20,000 25,000 ਉਹ ਵੀ RRSP ਕਰਾ ਕੇ ਬੈਠੇ ਕਿਉਂਕਿ ਬੈਂਕ ਵਾਲੇ ਨੇ ਕਹਿ ਦਿੱਤਾ। ਕੋਈ ਉਹਦਾ ਇਹ ਨਹੀਂ ਦੇਖਦਾ ਕਿ ਉਹਦਾ ਮਤਲਬ ਕੀ ਹੈ, ਕਦੋਂ ਪੈਸੇ ਨਿਕਲਣੇ, ਉਹਦਾ RRSP ਕਰਾਉਣ ਦਾ ਫਾਇਦਾ ਵੀ ਹੈ ਕੋਈ ਕਿ ਐਵੇਂ ਤੁਸੀਂ RRSPਆਂ ਕਰਾਈ ਜਾ ਰਹੇ ਹੋ। ਸੋ ਕੋਈ ਨੌਲੇਜ ਨਹੀਂ ਹੈਗੀ। ਬਿਲਕੁਲ ਜੀ। ਸੋ ਅੱਜ ਆਪਾਂ ਗੱਲਬਾਤ ਜਿਹੜੀ ਆ ਪਹਿਲਾਂ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਉੱਤੇ ਸਾਰੀ ਕੀਤੀ, COVID-19 ਦੇ ਉੱਤੇ। ਸੋ ਅੱਜ ਆਪਾਂ ਤੁਸੀਂ ਤੁਹਾਡੇ ਵੱਲੋਂ ਕਰਦੇ ਸ਼ੁਰੂਆਤ ਕਿ ਆਪਾਂ ਕਿਹੜੇ ਜਿਹੜਾ ਪੁਆਇੰਟ ਆ ਗੋਇਲ ਸਾਹਿਬ ਨੂੰ ਆਪਾਂ ਪਿਕ ਕਰਦੇ ਹਾਂ ਅੱਜ, ਕਿਹੜੀ ਜਾਣਕਾਰੀ ਤੁਹਾਨੂੰ ਲੱਗਦੀ ਆ ਕਿ ਉਹ ਸਾਡੇ ਕਨਸੈਪਟ ਵਾਂਗੂ ਕਿ ਕਿਹੜੀ ਚੀਜ਼ ਹੈ ਜਿਹਨੂੰ ਆਪਾਂ ਵੰਡਣਾ ਚਾਹੀਦਾ? ਓਕੇ, ਸਭ ਤੋਂ ਪਹਿਲਾਂ ਮੈਂ ਐਕਚੁਅਲੀ ਜਿਹੜੀ ਅੱਜ ਕੱਲ੍ਹ ਦੇ ਦੌਰ ਵਿੱਚ ਸਭ ਤੋਂ ਜ਼ਿਆਦਾ ਹੋ ਰਹੀ ਹੈ ਰੀਅਲ ਏਸਟੇਟ ਦੀ ਖਰੀਦ ਫਰੋਖਤ। ਲੋਕੀ ਵੱਡੇ ਤੋਂ ਵੱਡਾ ਘਰ ਲੈ ਰਹੇ ਨੇ, ਇਨਵੈਸਟਮੈਂਟ ਪ੍ਰੋਪਰਟੀਜ਼ ਲੈ ਰਹੇ ਨੇ, ਸਾਰਾ ਕੁਝ ਲੈ ਰਹੇ ਨੇ। ਨਾ ਜਦੋਂ ਤੁਸੀਂ ਕੋਈ ਵੀ ਇਨਵੈਸਟਮੈਂਟ ਪ੍ਰੋਪਰਟੀ ਲੈਂਦੇ ਹੋ ਜਾਂ ਆਪਣਾ ਘਰ ਵੀ ਲੈਂਦੇ ਹੋ, ਜਦੋਂ ਮੌਰਗੇਜ ਪੇਪਰ ਸਾਈਨ ਕਰਦੇ ਹੋ ਉਸ ਵੇਲੇ ਮੌਰਗੇਜ ਬ੍ਰੋਕਰ ਜਿਹੜਾ ਹੈਗਾ ਉਹ ਤੁਹਾਨੂੰ ਇੱਕ ਕੁਐਸਚਨ ਪੁੱਛਦਾ ਹੈ ਕਿ ਤੁਸੀਂ ਜੀ ਮੌਰਗੇਜ ਲਾਈਫ ਇੰਸ਼ੋਰੈਂਸ ਲੈਣੀ ਹੈ ਕਿ ਨਹੀਂ। ਉਹਦਾ ਮਤਲਬ ਕਈਆਂ ਨੂੰ ਨਹੀਂ ਪਤਾ। ਉਹਦਾ ਮਤਲਬ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਰੱਬ ਨਾ ਕਰੇ ਤੁਹਾਡੇ ਕੋਲ ਮੌਰਗੇਜ ਹੈਗਾ, ਮੌਰਗੇਜ ਇੱਕ ਤਰ੍ਹਾਂ ਦਾ ਡੈਟ ਹੈਗਾ ਤੇ ਡੈਟ ਤੁਹਾਡੇ ਸਿਰ ਤੇ ਹੈਗੇ, ਰੱਬ ਨਾ ਕਰੇ ਕਿਸੇ ਬੰਦੇ ਦੀ ਮੌਤ ਹੋ ਜਾਏ ਤੇ ਉਹਦਾ ਡੈਟ ਹੈਗਾ ਕੌਣ ਲਾਏਗਾ। ਤੇ ਉਹ ਮੌਰਗੇਜ ਬ੍ਰੋਕਰ ਪੁੱਛਦਾ ਹੈ ਕਿ ਜੇ ਤੁਸੀਂ ਉਸ ਡੈਟ ਨੂੰ ਟੇਕ ਕੇਅਰ ਕਰਨਾ ਚਾਹੁੰਦੇ ਹੋ ਕਿ ਇਨ ਇਵੈਂਟ ਆਫ ਅ ਡੈਥ ਤੇ ਇੰਸ਼ੋਰੈਂਸ ਕੰਪਨੀ ਜਿਹੜੀ ਹੈਗੀ ਉਹ ਤੁਹਾਡਾ ਡੈਟ ਪੇ ਆਫ ਕਰ ਦੇਗੀ। ਤੇ ਉਹ ਤੁਸੀਂ ਮੌਰਗੇਜ ਲਾਈਫ ਇੰਸ਼ੋਰੈਂਸ ਲੈਂਡਰ ਦੇ ਥਰੂ ਲੈਣਾ ਚਾਹੁੰਦੇ ਹੋ ਕਿ ਨਹੀਂ ਲੈਣਾ ਚਾਹੁੰਦੇ ਹੋ। ਜਦੋਂ ਮੌਰਗੇਜ ਬ੍ਰੋਕਰ ਕਹਿੰਦਾ ਉਸ ਵੇਲੇ ਕਈ ਵਾਰ ਸਾਡੀਆਂ ਅੱਖਾਂ ਖੁੱਲਦੀਆਂ ਕਿ ਹਾਂ ਯਾਰ ਹੈ ਤਾਂ ਡੈਟ ਸਾਨੂੰ ਲੈ ਲੈਣੀ ਚਾਹੀਦੀ ਹੈ ਤੇ ਅਸੀਂ ਜਾ ਕੇ ਉੱਥੇ ਸਾਈਨ ਕਰ ਦਿੰਦੇ ਹਾਂ ਬਿਨਾਂ ਇਹ ਦੇਖੇ ਕਿ ਉਹ ਇੰਸ਼ੋਰੈਂਸ ਦਾ ਕੋਈ ਫਾਇਦਾ ਹੈ ਜਾਂ ਨਹੀਂ ਹੈ। ਉਹ ਇੰਸ਼ੋਰੈਂਸ ਕਦੀ ਮਿਲੇਗੀ ਵੀ ਕਿ ਕਦੀ ਨਹੀਂ ਮਿਲੇਗੀ। ਕਈ ਵਾਰ ਕੀ ਹੁੰਦਾ ਹੈ ਮੌਰਗੇਜ ਬ੍ਰੋਕਰ ਤੁਹਾਨੂੰ ਕਹਿੰਦਾ ਹੈ ਕਿ ਇੰਸ਼ੋਰੈਂਸ ਤੁਹਾਨੂੰ ਲੈਣੀ ਹੀ ਪੈਣੀ ਹੈ, ਇਸ ਤੋਂ ਇਲਾਵਾ ਤੁਹਾਡੀ ਜਿਹੜੀ ਮੌਰਗੇਜ ਹੈ ਉਹ ਅਪਰੂਵ ਹੀ ਨਹੀਂ ਹੋਣੀ। ਉਹ ਵੀ ਬਹੁਤ ਗਲਤ ਇਨਫੋਰਮੇਸ਼ਨ ਹੈ। ਦੈਟਸ ਕੰਪਲੀਟਲੀ ਇਲੀਗਲ ਐਕਚੁਅਲੀ। ਉਹ ਕਦੀ ਵੀ ਤੁਹਾਨੂੰ ਫੋਰਸ ਨਹੀਂ ਕਰ ਸਕਦੇ ਕਿ ਜਿਹੜੀ ਤੁਸੀਂ ਮੌਰਗੇਜ ਇੰਸ਼ੋਰੈਂਸ ਲੈਣੀ ਉਹ ਲੈਂਡਰ ਦੇ ਥਰੂ ਲਓ।
ਉਹ ਕਦੀ ਵੀ ਫੋਰਸ ਨਹੀਂ ਕਰ ਸਕਦੇ, ਲੇਕਿਨ ਮੈਂ ਸੁਣਿਆ ਆਪਣੇ ਐਕਸਪੀਰੀਅੰਸ ਵਿੱਚ ਕਿ ਮਾਰਗੇਜ ਬ੍ਰੋਕਰ ਕਰਦੇ ਨੇ। ਸੋ ਜਿਹੜੇ ਤੁਸੀਂ ਟਿਪਸ ਦੀ ਗੱਲ ਕਰਦੇ ਹੋ, ਮੈਂ ਆਪਣੇ ਪਰਿਵਾਰਾਂ ਨੂੰ ਦੱਸਣਾ ਚਾਹੂੰਗਾ, ਪਲੀਜ਼ ਕਦੀ ਵੀ ਜਿਹੜੀ ਲੈਂਡਰ ਦੇ ਥਰੂ ਮਾਰਗੇਜ ਇੰਸ਼ੋਰੈਂਸ ਨਾ ਲਿਆ ਕਰੋ। ਅਸੀਂ ਆਪਣੇ ਇੰਸ਼ੋਰੈਂਸ ਵਰਲਡ ਵਿੱਚ ਉਹਨੂੰ ਜੰਕ ਇੰਸ਼ੋਰੈਂਸ ਕਹਿੰਦੇ ਹਾਂ। ਉਹ ਇਸ ਲਈ ਕਿਉਂਕਿ ਜਿਹੜੀ ਤੁਸੀਂ ਇੰਸ਼ੋਰੈਂਸ ਲੈਂਦੇ ਹੋ ਉਹਦੇ ਚਾਂਸਸ ਜਿਹੜੇ ਮਿਲਣ ਦੇ ਆ ਹਾਰਡਲੀ 2-3% ਚਾਂਸ ਹੈਗੇ। ਉਹਦਾ ਕਾਰਨ ਕੀ ਹੈ? ਸਭ ਤੋਂ ਵੱਡਾ, ਜਿਹੜੀ ਤੁਸੀਂ ਲੈਂਡਰ ਦੇ ਥਰੂ ਇੰਸ਼ੋਰੈਂਸ ਲੈਂਦੇ ਹੋ ਨਾ, ਤੁਹਾਡੀ ਕੋਈ ਮੈਡੀਕਲ ਅੰਡਰ ਰਾਈਟਿੰਗ ਨਹੀਂ ਹੋਈ ਹੁੰਦੀ। ਮਾਰਗੇਜ ਬ੍ਰੋਕਰ ਜਦੋਂ ਤੁਹਾਡੇ ਤੋਂ ਸਾਈਨ ਕਰਾਉਂਦਾ, ਉਹ ਤੁਹਾਡੇ ਤੋਂ ਕੋਈ ਮੈਡੀਕਲ ਕੁਐਸਚਨ ਨਹੀਂ ਪੁੱਛਦਾ। ਉਹ ਤੁਹਾਡੇ ਜਿਹੜੇ ਪੇਪਰ ਤੇ ਜਿਹੜੇ ਸਾਈਨ ਕਰਦੇ ਹੋ, ਉਹ 'ਚ ਗਿਣਤੀ ਦੇ 3 ਕੁਐਸਚਨ ਹੁੰਦੇ ਨੇ, ਤੁਸੀਂ ਪੜ੍ਹੇ ਜਾਂ ਨਹੀਂ ਪੜ੍ਹੇ। ਸਾਈਨ ਕਰਤੇ, ਤੁਸੀਂ ਸਿਰਫ ਐਲੀਜੀਬਲ ਹੋ ਪ੍ਰੀਮੀਅਮ ਪੇ ਕਰਨ ਵਾਸਤੇ, ਮੈਡੀਕਲ ਅੰਡਰ ਰਾਈਟਿੰਗ ਕੁਛ ਨਹੀਂ ਹੋਈ। ਉਹਦਾ ਮਤਲਬ ਇਹ ਹੈ ਕਿ ਜਦੋਂ ਬੰਦਾ ਜਾਂਦਾ ਹੈ, ਮਾਰਗੇਜ ਕੰਪਨੀ ਕਹਿੰਦੀ ਹੈ ਕਿ ਅਸੀਂ ਤੁਹਾਡੇ ਨਾਲ ਸਿੰਪੈਥਾਈਜ਼ ਕਰਦੇ ਹਾਂ, ਬਹੁਤ ਮਾੜਾ ਹੋਇਆ, ਬੰਦਾ ਘਰ ਦਾ ਚਲਾ ਗਿਆ, ਲੇਕਿਨ ਆਪਣੀ ਮਾਰਗੇਜ ਪੇ ਕਰਦੇ ਰਹੋ। ਠੀਕ ਹੈ, ਹੁਣ ਆਪਾਂ ਕਹਿੰਦੇ ਕਿ ਮਾਰਗੇਜ ਤਾਂ ਪੇ ਕਰਦੀ ਹੈ, ਉਹ ਜਿਹੜੀ ਮਾਰਗੇਜ ਇੰਸ਼ੋਰੈਂਸ ਲਿੱਤੀ ਸੀ ਉਹਦਾ ਕੀ ਹੋਏਗਾ? ਉਹ ਫਿਰ ਜਦੋਂ ਲੈਂਡਰ ਕੋ ਜਾਂਦਾ ਹੈ ਤਾਂ ਲੈਂਡਰ ਕਹਿੰਦਾ ਕਿ ਹੁਣ ਅਸੀਂ ਤੁਹਾਡੇ ਜਿਹੜੇ ਪਿਛਲੇ ਹੈਗੇ ਮੈਡੀਕਲ ਰੈਕਾਰਡਸ ਉਹ ਚੈੱਕ ਕਰਦੇ ਹਾਂ। ਬੰਦਾ ਚਲਾ ਗਿਆ ਤੇ ਉਹਦੀ ਮੈਡੀਕਲ ਅੰਡਰ ਰਾਈਟਿੰਗ ਕਲੇਮ ਆਉਣ ਤੋਂ ਬਾਅਦ ਹੋ ਰਹੀ ਹੈ, ਆਪਾਂ ਇਹਨੂੰ ਪੋਸਟ ਅੰਡਰ ਰਾਈਟਿੰਗ ਕਹਿੰਦੇ ਹਾਂ। ਬਿਲਕੁਲ ਕੋਈ ਮੈਡੀਕਲ ਨਹੀਂ ਹੋਇਆ, ਕੋਈ ਮੈਡੀਕਲ ਕੁਐਸਚਨ ਕਿਸੇ ਨੇ ਨਹੀਂ ਪੁੱਛੇ, ਸਿਰਫ ਤੁਸੀਂ ਪ੍ਰੀਮੀਅਮ ਦੇਈ ਜਾ ਰਹੇ ਹੋ। ਤੇ ਜਦੋਂ ਐਕਚੁਅਲ ਕਲੇਮ ਦਾ ਟਾਈਮ ਆਇਆ, ਕਲੇਮ ਵਿੱਚ ਕੋਈ ਕਿਸੇ ਨੇ ਕਲੇਮ ਨਹੀਂ ਪੇ ਕਰਨਾ। ਠੀਕ ਹੈ। ਦੂਸਰੀ ਉਹਦੇ ਵਿੱਚ ਚੀਜ਼, ਜਿਹੜੀ ਇੰਸ਼ੋਰੈਂਸ ਪਾਲਿਸੀ ਤੁਸੀਂ ਲੈਂਡਰ ਦੇ ਥਰੂ ਲਿੱਤੀ ਹੈ, ਉਹਦਾ ਓਨਰ ਕੌਣ ਹੈ? ਬੈਂਕ ਓਨਰ ਹੈ। ਉਹਦਾ ਬੈਨੀਫਿਸ਼ਰੀ ਕੌਣ ਹੈ? ਬੈਂਕ ਹੀ ਬੈਨੀਫਿਸ਼ਰੀ ਹੈ। ਜੇ ਤੁਹਾਡਾ ਕਲੇਮ ਪਾਸ ਹੋ ਵੀ ਜਾਂਦਾ, ਜਿਹਦੇ ਚਾਂਸਸ ਬਹੁਤ ਘੱਟ ਨੇ, ਸਪੋਜ਼ ਕੋਈ ਕਲੇਮ ਪਾਸ ਹੋ ਵੀ ਜਾਂਦਾ, ਉਹ ਵੀ ਬੈਂਕ ਨੂੰ ਹੀ ਮਿਲਣਾ, ਤੁਹਾਡੇ ਪਰਿਵਾਰ ਨੂੰ ਪਿੱਛੇ ਕੁਝ ਨਹੀਂ ਮਿਲਣਾ। ਠੀਕ ਹੈ, ਲੇਕਿਨ ਉਹਦਾ ਪ੍ਰੀਮੀਅਮ ਕੌਣ ਪੇ ਕਰ ਰਿਹਾ? ਉਹ ਤੁਸੀਂ ਪੇ ਕਰ ਰਹੇ ਹੋ। ਓਕੇ, ਸੋ ਸੋਚੋ, ਓਨਰ ਵੀ ਬੈਂਕ, ਬੈਨੀਫਿਸ਼ਰੀ ਵੀ ਬੈਂਕ, ਪ੍ਰੀਮੀਅਮ ਕੌਣ ਪੇ ਕਰ ਰਿਹਾ? ਤੁਸੀਂ ਪੇ ਕਰ ਰਹੇ ਹੋ। ਠੀਕ ਹੋ ਗਈ। ਤੀਸਰੀ ਚੀਜ਼, ਹੁਣ ਜਿੱਦਾਂ ਹੀ ਤੁਸੀਂ ਆਪਣੀ ਮਾਰਗੇਜ ਪੇ ਕਰਦੇ ਹੋ, ਹਰ ਮਹੀਨੇ ਤੁਸੀਂ ਮਾਰਗੇਜ ਪੇ ਕਰਦੇ ਹੋ, ਤਾਂ ਤੁਹਾਡਾ ਮਾਰਗੇਜ ਬੈਲੈਂਸ ਘਟ ਜਾਂਦਾ ਹੈ। ਠੀਕ ਹੈ, ਸਪੋਜ਼ ਤੁਸੀਂ 5 ਲੱਖ ਦੀ ਮਾਰਗੇਜ ਲਈ ਤੇ ਹੌਲੀ ਹੌਲੀ ਉਹਦਾ ਬੈਲੈਂਸ ਘਟ ਕੇ 475 ਰਹਿ ਗਿਆ। ਉਸ ਤੋਂ ਬਾਅਦ ਬੰਦੇ ਦੀ ਡੈਥ ਹੋਈ ਤੇ ਸਪੋਜ਼ ਜੇ ਕਲੇਮ ਪਾਸ ਹੋ ਗਿਆ ਤੇ ਬੈਂਕ ਨੂੰ ਆਪਣੇ $4,75,000 ਮਿਲ ਜਾਣੇ। ਤੁਹਾਨੂੰ ਤੁਹਾਡਾ ਘਰ ਮਿਲ ਗਿਆ ਤੇ ਉਹਨਾਂ ਨੂੰ 475 ਮਿਲ ਜਾਣੇ। ਪ੍ਰੀਮੀਅਮ ਤੁਸੀਂ ਕਿਹਦੇ ਤੇ ਪੇ ਕਰ ਰਹੇ ਸੀ? 5 ਲੱਖ ਤੇ। ਬੈਲੈਂਸ ਕਿੰਨਾ ਮਿਲਿਆ? 475। ਉਹ ਵੀ ਬੈਂਕ ਨੂੰ ਮਿਲਿਆ, ਤੁਹਾਡੇ ਪਰਿਵਾਰ ਨੂੰ ਕੁਝ ਨਹੀਂ ਮਿਲਿਆ। ਸੋ ਇਟਸ ਅ ਡਿਕਲਾਈਨਿੰਗ ਬੈਨੀਫਿਟ ਦੈਟ ਯੂ ਆਰ ਪੇਇੰਗ ਪ੍ਰੀਮੀਅਮ ਫॉर। ਠੀਕ ਹੈ। ਚੌਥੀ ਚੀਜ਼, ਜਿਹੜੀ ਕਾਸਟ ਆਫ ਇੰਸ਼ੋਰੈਂਸ ਹੈਗੀ ਹੈ ਮਾਰਗੇਜ ਇੰਸ਼ੋਰੈਂਸ ਦੀ, ਉਹ ਹਮੇਸ਼ਾ ਜ਼ਿਆਦਾ ਹੋਏਗੀ ਤੁਹਾਡੀ ਆਪਣੀ ਪਰਸਨਲ ਇੰਸ਼ੋਰੈਂਸ ਤੋਂ। ਹਮੇਸ਼ਾ ਅਰਾਊਂਡ 30% ਹਾਇਰ ਹੁੰਦੀ ਹੈ। ਇੱਕ ਹੋਰ ਉਹਦਾ ਪ੍ਰੋਬਲਮ ਹੈਗਾ, ਜਿਹੜੀ ਤੁਸੀਂ ਹੁਣ ਮਾਰਗੇਜ ਲੈਣੀ ਹੈ, ਤੁਸੀਂ 2 ਸਾਲ ਵਾਸਤੇ ਲੈਣੀ ਹੈ ਜਾਂ 5 ਸਾਲ ਵਾਸਤੇ ਲੈਣੀ ਹੈ, ਹਰ 2 ਸਾਲ ਬਾਅਦ 5 ਸਾਲ ਬਾਅਦ ਉਹ ਰਿਨਿਊ ਹੋਣੀ ਹੈ। ਉਹਦੇ ਨਾਲ ਨਾਲ ਤੁਹਾਡੀ ਇੰਸ਼ੋਰੈਂਸ ਵੀ ਰਿਨਿਊ ਹੁੰਦੀ ਹੈ। ਜਦੋਂ ਇੰਸ਼ੋਰੈਂਸ ਰਿਨਿਊ ਹੁੰਦੀ ਹੈ, ਤੁਸੀਂ 5 ਸਾਲ ਹੋਰ ਵੱਡੇ ਹੋ ਗਏ ਹੋ, ਤੁਹਾਡੀ ਏਜ ਜ਼ਿਆਦਾ ਵੱਧ ਗਈ ਹੈ। ਜਦੋਂ ਏਜ ਵੱਧ ਗਈ ਤੇ ਉਹਦਾ ਪ੍ਰੀਮੀਅਮ ਵੀ ਵੱਧ ਗਿਆ। ਬਿਲਕੁਲ। ਸੋ ਅਗੇਨ, ਆਲ ਇਨ ਆਲ, ਅਸੀਂ ਇਹਨੂੰ ਜੰਕ ਇੰਸ਼ੋਰੈਂਸ ਕਹਿੰਦੇ ਹਾਂ। ਇਹਦਾ ਸਭ ਤੋਂ ਵਧੀਆ ਤਰੀਕਾ ਹੈ, ਤੁਹਾਡੀ ਜਿੰਨੇ ਦੀ ਮਾਰਗੇਜ ਹੈਗੀ ਹੈ ਤੇ ਜਿੰਨੇ ਸਾਲ ਦੀ ਮਾਰਗੇਜ ਹੈ, ਉਨੇ ਸਾਲ ਦੀ ਤੁਸੀਂ ਆਪਣੀ ਪਰਸਨਲ ਲਾਈਫ ਇੰਸ਼ੋਰੈਂਸ ਜਾਂ ਪਰਸਨਲ ਮਾਰਗੇਜ ਲਾਈਫ ਇੰਸ਼ੋਰੈਂਸ ਲੈ ਲਓ। ਉਹਦੇ ਨਾਲ ਕੀ ਹੋਏਗਾ, ਜਦੋਂ ਤੁਸੀਂ ਇੰਸ਼ੋਰੈਂਸ ਲਓਗੇ, ਆਪਣੀ ਪਰਸਨਲ ਲਾਈਫ ਇੰਸ਼ੋਰੈਂਸ ਲਓਗੇ, ਪ੍ਰੋਪਰ ਤੁਹਾਡੀ ਮੈਡੀਕਲ ਅੰਡਰ ਰਾਈਟਿੰਗ ਹੋਏਗੀ। ਕਲੇਮ ਆਉਣ ਤੋਂ ਬਾਅਦ ਇੰਸ਼ੋਰੈਂਸ ਕੰਪਨੀ ਇਹ ਨਹੀਂ ਕਹਿ ਸਕਦੀ ਕਿ ਹਾਂ ਜੀ ਤੁਸੀਂ ਸਾਨੂੰ ਇਹ ਨਹੀਂ ਦੱਸਿਆ ਸੀ, ਉਹ ਨਹੀਂ ਦੱਸਿਆ ਸੀਗਾ ਤੇ ਤੁਹਾਡਾ ਕਲੇਮ ਪਾਸ ਨਹੀਂ ਹੋਣਾ। ਕਲੇਮ ਡਿਕਲਾਈਨ ਹੋਣ ਦੇ ਚਾਂਸਸ ਆਲਮੋਸਟ ਨੈਗਲੀਜੀਬਲ ਹੈ। ਦੂਸਰੀ ਗੱਲ, ਜਿਹੜਾ ਪੈਸਾ ਮਿਲਣਾ ਉਹ ਸਿੱਧਾ ਤੁਹਾਡੇ ਪਰਿਵਾਰ ਨੂੰ ਮਿਲਣਾ। ਬਿਲਕੁਲ। ਬੈਂਕ ਨੂੰ ਕੁਝ ਨਹੀਂ ਮਿਲਣਾ। ਬੈਂਕ ਨੂੰ ਆਪਣੀ ਮਾਰਗੇਜ ਨਾਲ ਮਤਲਬ ਹੈ, ਉਹਨਾਂ ਨੂੰ ਉਹ ਪਰਿਵਾਰ ਤੁਹਾਡਾ ਡਿਸਾਈਡ ਕਰੇਗਾ ਕਿ ਮੈਂ ਬੈਂਕ ਨੂੰ ਪੂਰੇ ਪੈਸੇ ਦੇਣੇ ਹੈ, ਸਿਰਫ ਮਾਰਗੇਜ ਦੇਣੀ ਹੈ, ਜਾਂ ਜਿਹੜਾ ਪੈਸਾ ਮਿਲਿਆ ਮੈਂ ਬੱਚਿਆਂ ਦੀ ਯੂਨੀਵਰਸਿਟੀ 'ਚ ਲਾਉਣਾ ਹੈ, ਜਾਂ ਮੈਂ ਕਿਤੇ ਹੋਰ ਰੀਲੋਕੇਟ ਹੋਣਾ ਹੈ, ਜਾਂ ਜੋ ਵੀ ਕਰਨਾ ਹੈ ਪੈਸੇ ਦਾ। ਜੇ 5 ਲੱਖ ਦੀ ਇੰਸ਼ੋਰੈਂਸ ਕਰਾਈ ਤੇ 5 ਦਾ 5 ਤੁਹਾਡੇ ਪਰਿਵਾਰ ਨੂੰ ਮਿਲ ਜਾਏਗਾ। ਬੈਂਕ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ। ਸੋ ਇੱਥੇ ਇੱਕ ਗੱਲ ਮੈਨੂੰ ਥੋੜੀ ਜਿਹੀ ਸਮਝ ਪੈਂਦੀ ਆ ਵੀ ਜਦੋਂ ਆਪਾਂ ਮਾਰਗੇਜ ਲੈਂਦੇ ਆ, ਹਾਂਜੀ, ਤੇ ਵਾਕਿਆ ਹੀ ਬੈਂਕ ਤੁਹਾਨੂੰ ਇਹ ਕਹਿੰਦੀ ਆ ਕਿ ਮਾਰਗੇਜ ਲਾਈਫ ਇੰਸ਼ੋਰੈਂਸ, ਹਾਂਜੀ, ਉਹ ਇਹੀ ਵਰਡ ਯੂਜ਼ ਕਰਦੀ ਹੈ, ਕਰਦੀ ਹੈ ਮਾਰਗੇਜ ਲਾਈਫ ਇੰਸ਼ੋਰੈਂਸ। ਹਾਂਜੀ, ਤੇ ਇੱਕ ਹੁੰਦੀ ਆ ਕਿ ਲਾਈਫ ਇੰਸ਼ੋਰੈਂਸ। ਹਾਂਜੀ, ਇਹ ਦੋਨਾਂ ਦੇ ਵਿੱਚ ਬਹੁਤ ਵੱਡਾ ਫਰਕ ਆ। ਐਕਚੁਅਲੀ ਫਰਕ ਕੁਝ ਵੀ ਨਹੀਂ ਹੈਗਾ। ਜਦੋਂ ਤੁਸੀਂ ਲੈਂਡਰ ਦੇ ਥਰੂ ਲੈਂਦੇ ਹੋ, ਉਹ ਤੁਹਾਡੀ ਜਿਹੜੀ ਮਾਰਗੇਜ ਲਾਈਫ ਇੰਸ਼ੋਰੈਂਸ ਹੈਗੀ, ਉਹ ਤੁਹਾਡੀ ਮਾਰਗੇਜ ਦੇ ਨਾਲ ਟਾਈ ਅਪ ਹੋ ਜਾਂਦੀ ਹੈ। ਹੈ। ਜਿਹੜੀ ਤੁਹਾਡੀ ਪਰਸਨਲ
ਲਾਈਫ ਇੰਸ਼ੋਰੈਂਸ ਹੈ ਉਹਦਾ ਮੌਰਗੇਜ ਨਾਲ ਕੋਈ ਲੈਣਾ ਦੇਣਾ ਨਹੀਂ। ਹਾਂਜੀ, ਪਰ ਉਹਦਾ ਜਿਹੜਾ ਪ੍ਰੀਮੀਅਮ ਜਿਹੜੀ ਮੌਰਗੇਜ ਲਾਈਫ ਇੰਸ਼ੋਰੈਂਸ ਆਪਾਂ ਬੈਂਕ ਤੋਂ ਲੈਂਦੇ ਆ, ਸੋ ਉਹਦਾ ਪ੍ਰੀਮੀਅਮ ਜਿਹੜਾ ਆ ਜਿੱਦਾਂ ਉਹਦਾ ਤੁਸੀਂ ਕਹਿੰਦੇ ਵੀ ਘਟਦਾ ਰਹਿੰਦਾ ਆ, ਜਿੱਦਾਂ 5 ਲੱਖ ਦੀ ਮੌਰਗੇਜ ਪ੍ਰੀਮੀਅਮ ਨਹੀਂ ਘਟਦਾ। ਨਹੀਂ, ਸੋ ਜਿੱਦਾਂ ਹੁਣ ਮੰਨ ਲਓ ਕਿ 5 ਲੱਖ ਦੀ ਮੌਰਗੇਜ ਸੀ ਤੇ ਅੱਜ ਮੌਰਗੇਜ ਜਿਹੜੀ ਤੁਸੀਂ ਜਦੋਂ ਇੰਸ਼ੋਰੈਂਸ ਲਈ ਉਦੋਂ 5 ਲੱਖ ਸੀ, ਹਾਂਜੀ, ਤੇ ਅੱਜ 4.5 ਰਹਿ ਗਈ ਆ, ਹਾਂਜੀ, ਤੇ ਰੱਬ ਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਆ, ਹਾਂਜੀ, ਤੇ ਬੈਂਕ ਜਿਹੜੀ ਉਹ ਇੰਸ਼ੋਰੈਂਸ ਆ ਉਹ $50,000 ਫਿਰ ਕਿੱਧਰ ਜਾਏਗਾ ਜੀ? ਉਹ ਕਿਤੇ ਨਹੀਂ ਜਾਏਗਾ, ਉਹ ਕਿਸੇ ਨੂੰ ਨਹੀਂ ਮਿਲਣਾ। ਜਿਹੜੀ ਬੈਂਕ ਉਹਨਾਂ ਨੇ ਇੰਸ਼ੋਰ ਕੀ ਕੀਤਾ, ਉਹਨਾਂ ਨੇ ਤੁਹਾਡੀ ਮੌਰਗੇਜ ਨੂੰ ਇੰਸ਼ੋਰੈਂਸ, ਮੌਰਗੇਜ ਦਾ ਆਊਟਸਟੈਂਡਿੰਗ ਬੈਲੈਂਸ ਇੰਸ਼ੋਰ ਕੀਤਾ। ਹੁਣ ਉਹ ਆਊਟਸਟੈਂਡਿੰਗ ਬੈਲੈਂਸ 5 ਲੱਖ ਹੈ ਜਾਂ 4.5 ਲੱਖ ਹੈ, ਉਹ ਬੈਂਕ ਨੂੰ ਉਹਨਾਂ ਮਿਲ ਜਾਣਾ। ਸੋ ਫਿਰ ਤਾਂ ਇਹ ਵੀ ਹੋ ਗਿਆ ਨਾ, ਲਾਈਫ ਇੰਸ਼ੋਰੈਂਸ ਦੀ ਤਾਂ ਇੱਕ ਡਿਫਰੈਂਟ ਟਰਮ ਹੁੰਦੀ ਆ ਕਿ ਜੀ ਇਹ ਤੁਹਾਡੀ ਲਾਈਫ ਜਿਹੜੀ ਦੇ ਨਾਲ ਚੱਲਦੀ ਜਾਂਦੀ ਹੈ, ਤੁਸੀਂ ਪ੍ਰੀਮੀਅਮ ਪੇ ਕਰਦੇ ਹੋ ਪਰ ਜਿਹੜੀ ਮੌਰਗੇਜ ਲਾਈਫ ਇੰਸ਼ੋਰੈਂਸ ਤਾਂ ਇਹ ਹੋਈ ਵੀ ਜੇ ਕਿਸੇ ਨੇ 5 ਸਾਲ ਦੇ ਵਿੱਚ ਘਰ ਪੇ ਆਫ ਕਰ ਦਿੱਤਾ ਤੇ ਉਹ ਇੰਸ਼ੋਰੈਂਸ ਵੀ ਜਾਂਦੀ ਲੱਗਣੀ ਨਾਲੇ। ਬਿਲਕੁਲ, ਹਾਂਜੀ, ਖਤਮ ਹੋ ਬਿਲਕੁਲ ਖਤਮ ਹੈ ਉਹ ਇੰਸ਼ੋਰ, ਕਿਉਂਕਿ ਉਹ ਤੁਹਾਡੀ ਮੌਰਗੇਜ ਦੇ ਨਾਲ ਟਾਈਡ ਅਪ ਹੈ। ਉਹ ਜੇ ਤੁਸੀਂ ਬੈਂਕ ਚੇਂਜ ਕਰੋਗੇ, ਸਪੋਜ਼ ਲੈਂਡਰ ਚੇਂਜ ਕਰਦੇ ਹੋ, ਉਹ ਇੰਸ਼ੋਰੈਂਸ ਵੀ ਚੇਂਜ ਹੋ ਜਾਣੀ ਹੈ। ਤੁਹਾਡੀ ਜਿਹੜੀ ਪਰਸਨਲ ਲਾਈਫ ਇੰਸ਼ੋਰੈਂਸ ਹੈ ਉਹਦਾ ਕੋਈ ਇਫੈਕਟ ਨਹੀਂ, ਭਾਵੇਂ ਤੁਸੀਂ ਮੌਰਗੇਜ ਇੱਕ ਬੈਂਕ ਨਾਲ ਲਿੱਤੀ ਹੈ, ਦੂਜੇ ਬੈਂਕ ਨਾਲ ਲਿੱਤੀ ਹੈ, ਤੀਜੇ ਬੈਂਕ ਨਾਲ ਲਿੱਤੀ ਹੈ, ਤੁਹਾਡੀ ਨਾ ਤਾਂ ਮੌਰਗੇਜ ਦਾ ਇੰਸ਼ੋਰੈਂਸ ਦਾ ਅਮਾਊਂਟ ਘਟਣਾ, ਨਾ ਤਾਂ ਤੁਹਾਡਾ ਪ੍ਰੀਮੀਅਮ ਵਧਿਆ, ਸਾਰਾ ਪੈਸਾ ਪੂਰਾ ਪਰਿਵਾਰ ਨੂੰ ਮਿਲਣਾ। ਬੈਂਕ ਨੂੰ ਤੁਸੀਂ ਡਿਸਾਈਡ, ਤੁਹਾਡੇ ਪਰਿਵਾਰ ਨੇ ਡਿਸਾਈਡ ਕਰਨਾ। ਸੋ ਐਕਚੁਅਲੀ ਉੱਥੇ ਫਿਰ ਗੱਲ ਇੱਕ ਆ ਜਾਂਦੀ ਹੈ ਨਾ ਗੋਇਲ ਸਾਹਿਬ, ਕਿ ਜਦੋਂ ਜਿਹੜੇ ਮੌਰਗੇਜ ਐਕਸਪਰਟ ਹੁੰਦੇ ਉਹ ਤਾਂ ਐਕਸਪਰਟ ਹੋ ਗਿਆ ਜੀ ਮੌਰਗੇਜ ਕਰਨ ਦੇ, ਐਗਜ਼ੈਕਟਲੀ, ਤੇ ਨਾਲ ਦੀ ਨਾਲ ਉਹਨਾਂ ਦੇ ਜਿਹੜਾ ਉਹਨਾਂ ਦਾ ਸਿਸਟਮ ਹੁੰਦਾ ਉਹਦੇ ਵਿੱਚ ਇੱਕ ਕਲੌਜ਼ ਵੀ ਪਈ ਹੁੰਦੀ ਹੈ ਕਿ ਇਹਨਾਂ ਨੂੰ ਜਿਹੜੀ ਆ ਜੀ ਜੇ ਮੌਰਗੇਜ ਲਾਈਫ ਇੰਸ਼ੋਰੈਂਸ ਲੈਣੀ ਆ ਤੇ ਇਹਦੇ ਇੰਨੇ ਪੈਸੇ ਜਿਹੜੇ ਆ ਉਹ ਐਕਸਟਰਾ ਐਡ ਅਪ ਕਰ ਦਿਓ ਤੇ ਉਹ ਤੁਹਾਨੂੰ ਪੁੱਛਦੇ ਆ ਜੀ ਤੁਸੀਂ ਲੈਣੀ ਆ ਜਾਂ ਨਹੀਂ ਲੈਣੀ, ਪਰ ਉਹ ਤੁਹਾਨੂੰ ਐਕਸਪਲੇਨੇਸ਼ਨ ਨਹੀਂ ਦੇ ਸਕਦੇ ਉਹਦੇ ਉੱਤੇ। ਐਕਚੁਅਲੀ ਉਹ ਲੀਗਲੀ ਵੀ ਨਹੀਂ ਦੇ ਸਕਦੇ। ਹਾਂਜੀ, ਕਿਉਂਕਿ ਐਕਸਪਰਟ ਨਹੀਂ ਹੈਗੇ ਨਾ ਉਹਦੇ ਤੇ। ਵੈਲ ਐਕਸਪਰਟ ਦੀ ਗੱਲ ਵੀ ਨਹੀਂ, ਲਾਇਸੈਂਸ ਹੋਲਡਰ ਵੀ ਹੈ। ਹਾਂ, ਜੇ ਉਹਨਾਂ ਨੂੰ ਨੌਲੇਜ ਹੋਵੇ ਵੀ ਉਹ ਤਾਂ ਵੀ ਨਹੀਂ ਦੱਸ ਸਕਦੇ, ਬਿਕੋਜ਼ ਉਹਨਾਂ ਕੋਲ ਲਾਇਸੈਂਸ ਨਹੀਂ ਹੈਗਾ। ਜਿਹੜਾ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੈਗਾ, ਸਿਰਫ ਤੇ ਸਿਰਫ ਉਹੀ ਤੁਹਾਨੂੰ ਐਡਵਾਈਸ ਕਰ ਸਕਦਾ ਇੰਸ਼ੋਰੈਂਸ ਬਾਰੇ। ਬੈਂਕ ਦਾ ਮੌਰਗੇਜ ਬ੍ਰੋਕਰ ਕਰ ਵੀ ਨਹੀਂ ਸਕਦੇ ਲੀਗਲੀ, ਜੇ ਉਹਨਾਂ ਨੂੰ ਪਤਾ ਹੋਵੇ ਤਾਂ ਵੀ ਨਹੀਂ ਕਰ ਸਕਦੇ। ਉਹ ਤੁਹਾਨੂੰ ਸਿਰਫ ਕੁਐਸਚਨ ਪੁੱਛ ਸਕਦੇ ਹੈ ਕਿ ਤੁਸੀਂ ਲੈਣਾ ਹੈ ਕਿ ਨਹੀਂ ਲੈਣੀ ਹੈ ਇੰਸ਼ੋਰੈਂਸ। ਕਈ ਵਾਰ ਜਿੱਦਾਂ ਮੈਂ ਕਿਹਾ ਉਹ ਫੋਰਸ ਕਰ ਦਿੰਦੇ ਕਿ ਹਾਂ ਤੁਹਾਨੂੰ ਲੈਣੀ ਪਏਗੀ। ਉਹਨਾਂ ਨੂੰ ਤੁਸੀਂ ਸਿਰਫ ਇੱਕੋ ਹੀ ਗੱਲ ਕਹਿਣੀ ਹੈ, ਐਜ਼ ਪਰ ਸੈਕਸ਼ਨ 459.1 ਇਟ ਇਜ਼ ਇਲੀਗਲ ਟੂ ਫੋਰਸ ਕਿ ਤੁਸੀਂ ਬਿਨਾ ਇੰਸ਼ੋਰੈਂਸ ਦੇ ਤੁਹਾਨੂੰ ਮੌਰਗੇਜ ਨਹੀਂ ਅਪਰੂਵ ਹੋਏਗੀ। ਇਹ ਇਲੀਗਲ ਹੈਗਾ ਅਕੋਰਡਿੰਗ ਟੂ ਸੈਕਸ਼ਨ 459.1 ਆਫ ਬੈਂਕ ਐਕਟ। ਸੋ ਬੈਂਕ ਉਹ ਕਹਿ ਨਹੀਂ ਸਕਦੇ ਉਹ ਤੁਹਾਨੂੰ ਸਿਰਫ ਪੁੱਛ ਸਕਦੇ, ਇਹ ਹਾਂ ਜਾਂ ਨਾ ਕਰਨਾ ਉਹ ਤੁਹਾਡੇ ਤੇ ਡਿਪੈਂਡ ਕਰਦਾ। ਕਿਉਂਕਿ ਮੈਜੋਰਟੀ ਆਫ ਜਿਹੜੇ ਮੌਰਗੇਜ ਬ੍ਰੋਕਰਸ ਹੁੰਦੇ ਉਹ ਇਹ ਤੁਹਾਨੂੰ ਕਹਿੰਦੇ ਆ ਕਿ ਨਹੀਂ ਤੁਹਾਡੀ ਮੌਰਗੇਜ ਹੋਣੀ ਨਹੀਂ ਹੈ, ਤੁਹਾਨੂੰ ਹੈਵ ਟੂ ਜਿਹੜੀ ਹੈ ਇਹ ਹੈਵ ਟੂ ਟਰਮ ਜਦੋਂ ਯੂਜ਼ ਕਰ ਲੈਂਦੇ ਆ ਤੇ ਫਿਰ ਸਾਡੇ ਕਈ ਵਾਰ ਕੀ ਹੁੰਦਾ ਉਹ ਡਰ ਜਾਂਦੇ ਆ। ਕਈ ਵਾਰ ਕੀ ਹੁੰਦਾ ਮੰਗਾ ਭਾਜੀ, ਮੈਂ ਕਈਆਂ ਤੋਂ ਸੁਣਿਆ ਵੀ ਹੈਗਾ, ਤੇ ਕੀ ਮੌਰਗੇਜ ਬ੍ਰੋਕਰ ਕੀ ਕਰਦੇ ਕਿ ਤੁਸੀਂ ਇਦਾਂ ਕਰੋ, ਇਹ ਮੌਰਗੇਜ ਲੈ ਲਓ, ਮਹੀਨੇ ਬਾਅਦ ਕਟਾ ਦਿਓ। ਹਾਂਜੀ, ਮਹੀਨੇ ਬਾਅਦ ਕਟਾਉਣ ਦਾ ਕੀ ਉਹ ਫਨ ਕੀ ਹੈ ਲੈਣ ਦਾ, ਜੇ ਮਹੀਨੇ ਬਾਅਦ ਤੁਸੀਂ ਕਟਾਣੀ ਹੈ। ਉਹਦਾ ਇਹ ਸਿਰਫ ਇਹੀ ਕਾਰਨ ਹੈ ਕਿ ਉਹਨਾਂ ਦਾ ਜਿਹੜੇ ਬੈਂਕ 'ਚ ਬੈਠੇ ਹੁੰਦੇ ਨਾ, ਉਹਨਾਂ ਦਾ ਸੇਲਸ ਕੋਟਾ ਹੁੰਦਾ। ਜੇ ਉਹ ਇੰਸ਼ੋਰੈਂਸ ਵੇਚਣਗੇ ਦੇ ਵਿਲ ਗੈਟ ਅ ਹਾਇਰ ਲਿਟਲ ਇਨਸੈਂਟਿਵ ਫॉर ਸੈਲਿੰਗ ਇੰਸ਼ੋਰੈਂਸ, ਭਾਵੇਂ ਤੁਸੀਂ ਬਾਅਦ ਚੋਂ ਕੈਂਸਲ ਕਰਾ ਦਿਓ। ਉਹ ਤਾਂ ਹੀ ਕਹਿੰਦੇ ਕਿ ਹਾਂ ਤੁਸੀਂ ਹੁਣ ਲੈ ਲਓ, ਸਾਈਨ ਕਰ ਦਿਓ, ਮਹੀਨੇ ਬਾਅਦ ਕਟਾ ਦਿਓ। ਕਿਉਂਕਿ ਮੋਸਟਲੀ ਜਦੋਂ ਤੁਸੀਂ ਲਾਈਨ ਆਫ ਕ੍ਰੈਡਿਟ ਵਗੈਰਾ ਵੀ ਲੈਂਦੇ ਆ ਜਾਂ ਕੁਝ ਵੀ ਲੈਂਦੇ ਆ, ਉਹ ਤੁਹਾਨੂੰ ਕਹਿੰਦੇ ਇੰਸ਼ੋਰੈਂਸ ਲੈ ਲਓ, ਤੁਸੀਂ ਮਹੀਨੇ ਬਾਅਦ ਕਟਾ ਦਿਓ। ਹਾਂ, ਉਹ ਬਹੁਤ ਗਲਤ ਚੀਜ਼ ਹੈ। ਜਾਂ ਤਾਂ ਤੁਸੀਂ ਐਡਵਾਈਜ਼ ਨਾ ਕਰੋ, ਜਾਂ ਤਾਂ ਐਡਵਾਈਜ਼ ਕਰੋ ਤਾਂ ਉਹਨਾਂ ਨੂੰ ਕਹੋ ਕਿ ਹਾਂ ਜੇ ਇੰਸ਼ੋਰੈਂਸ ਇੰਨੀ ਇੰਪੋਰਟੈਂਟ ਹੈ ਤਾਂ ਮਹੀਨੇ ਬਾਅਦ ਕਿਉਂ ਕਟਾ ਦਈਏ। ਹਾਂਜੀ, ਸੋ ਸਾਨੂੰ ਕਿਹੜੀਆਂ ਗੱਲਾਂ ਦਾ ਗੋਇਲ ਸਾਹਿਬ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਆਪਾਂ ਹੁਣ ਗੱਲ ਜਿਹੜੀ ਆ ਉਹ ਕਹ ਲਓ ਵੀ ਮੌਰਗੇਜ ਲਾਈਫ ਇੰਸ਼ੋਰੈਂਸ ਦੇ ਉੱਤੇ ਕੀਤੀ ਹੈ। ਸੋ ਇਹ ਪਹਿਲਾਂ ਤਾਂ ਇਹ ਵੀ ਤੁਹਾਡੇ ਕਹਿਣ ਮਤਲਬ ਵੀ ਬਾਹਲਾ ਫਰਕ ਨਹੀਂ ਹੈ ਇਹ, ਪਰ ਜਿਹੜੀ ਮੌਰਗੇਜ ਲਾਈਫ ਇੰਸ਼ੋਰੈਂਸ ਲੈਂਦੇ ਉਹ ਸਿਰਫ ਤੇ ਸਿਰਫ ਤੁਹਾਡੀ ਮੌਰਗੇਜ ਨੂੰ ਹੀ ਪ੍ਰੋਟੈਕਟ ਕਰਦੀ ਆ, ਤੇ ਲਾਈਫ ਜਿਹੜੀ ਆ ਉਹ ਚਲੋ ਜੇ ਰੱਬ ਨਾ ਕਰੇ, ਪਰ ਇਹ ਚੀਜ਼ਾਂ ਜਿਹੜੀਆਂ ਆ ਜਿਨ੍ਹਾਂ ਦਾ ਕੰਮ ਆ ਕਹਿੰਦੇ ਉਹਨਾਂ ਨੂੰ ਹੀ ਸਾਜੇ। ਦੇਖੋ ਮੰਗਾ ਭਾਜੀ, ਸਿਰਫ ਮੌਰਗੇਜ ਲਾਈਫ ਇੰਸ਼ੋਰੈਂਸ ਮੈਨੂੰ ਉਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਮੈਡੀਕਲ ਅੰਡਰ ਰਾਈਟਿੰਗ ਦੀ। ਇਹ ਪ੍ਰੀਮੀਅਮ ਤੇ ਪੇ ਬੰਦਾ ਕਰ ਦਿੰਦਾ, ਲੇਕਿਨ ਜਦੋਂ ਕਲੇਮ ਹੀ ਪਾਸ ਨਹੀਂ ਹੋਇਆ, ਉਹ ਇੰਸ਼ੋਰੈਂਸ ਲਿੱਤੀ ਦਾ ਨਾ ਲਿੱਤੀ ਦਾ ਫਾਇਦਾ ਕੀ ਹੈ। ਹਾਂਜੀ, ਸੋ ਹੁਣ ਇੱਥੇ ਕੁਐਸਚਨ ਆਮ ਦਿਮਾਗ 'ਚ ਪਰਿਵਾਰਾਂ ਦੇ ਆਉਂਦਾ ਹੋਵੇਗਾ ਵੀ ਜਿਹੜੀ ਇੰਸ਼ੋਰੈਂਸ ਫਿਰ ਆਪਾਂ ਬਾਹਰੋਂ ਲੈਂਦੇ ਆ, ਸੋ ਉਹਦੀ ਕੀ ਗਾਰੰਟੀ ਹੁੰਦੀ ਆ ਵੀ ਉਹਨਾਂ ਦੇ ਕਲੇਮ ਜਿਹੜੇ ਉਹ ਪਾਸ ਹੋਣਗੇ? ਉਹਨਾਂ ਦੀ ਗਾਰੰਟੀ ਇਹ ਹੈ ਕਿ ਆਲਮੋਸਟ ਐਜ਼ ਆਈ ਸੈਡ ਨੈਗਲੀਜੀਬਲ ਪਰਸੈਂਟੇਜ ਹੈਗੀ ਹੈ, 98-99% ਕਲੇਮ ਜਿਹੜੇ ਹੈਗੇ ਆ ਉਹ ਪਾਸ ਹੁੰਦੇ ਆ। ਜਿਹੜੀ ਪਰਸਨਲ ਲਾਈਫ ਇੰਸ਼ੋਰੈਂਸ ਹੈਗੀ ਹੈ ਉਹਦਾ ਕਾਰਨ ਇਹ ਹੈ ਕਿ ਦੋ ਕਾਰਨ ਨੇ ਉਹਦੇ। ਜਦੋਂ ਤੁਸੀਂ ਐਪਲੀਕੇਸ਼ਨ ਭਰਦੇ ਹੋ, ਇੰਸ਼ੋਰੈਂਸ ਕੰਪਨੀ ਤੁਹਾਨੂੰ ਘੱਟੋ ਘੱਟ 15-20-25 ਕੁਐਸਚਨ ਪੁੱਛਦੀ ਹੈ।
ਤੁਹਾਡਾ ਕਈ ਵਾਰ ਮੈਡੀਕਲ ਟੈਸਟ ਵੀ ਹੁੰਦਾ ਹੈ, ਉਹ ਸਾਰੀ ਤੁਹਾਡੀ ਮੈਡੀਕਲ ਅੰਡਰਰਾਈਟਿੰਗ ਪਹਿਲਾਂ ਕਰ ਲੈਂਦੇ ਨੇ। ਉਸ ਤੋਂ ਬਾਅਦ ਤੁਹਾਨੂੰ ਕਰਦੇ ਨੇ ਉਹ ਪਾਲਿਸੀ ਜਿਹੜੀ ਇਸ਼ੂ ਹੁੰਦੀ ਹੈ, ਸਾਰਾ ਕੁਝ ਮੈਡੀਕਲ ਕਰਨ ਤੋਂ ਬਾਅਦ, ਕੁਐਸਚਨ ਪੁੱਛਣ ਤੋਂ ਬਾਅਦ ਪਾਲਿਸੀ ਇਸ਼ੂ ਹੁੰਦੀ ਹੈ। ਠੀਕ ਹੈ, ਪਹਿਲੀ ਤਾਂ ਇਹ ਗੱਲ ਤੇ ਇੰਸ਼ੋਰੈਂਸ ਕੰਪਨੀ ਡਿਨਾਈ ਨਹੀਂ ਕਰ ਸਕਦੀ ਕਿ ਹਾਂ ਤੁਸੀਂ ਹੁਣ ਝੂਠ ਦੱਸਿਆ ਸੀਗਾ ਜਾਂ ਨਹੀਂ ਦੱਸਿਆ ਸੀਗਾ ਜਾਂ ਜੋ ਵੀ ਇਹ ਹੈ, ਕਿਉਂਕਿ ਤੁਸੀਂ ਤਾਂ ਪਹਿਲਾਂ ਸਾਰਾ ਕੁਝ ਚੈੱਕ ਕਰ ਲਿਆ, ਸਾਰੇ ਕੁਐਸਚਨ ਪੁੱਛ ਲਏ ਸੀ, ਮੈਂ ਉਸ ਕੁਐਸਚਨਸ ਦੇ ਬੇਸ ਤੇ ਇੰਸ਼ੋਰੈਂਸ ਪਾਲਿਸੀਜ਼ ਤੁਸੀਂ ਇਸ਼ੂ ਕੀਤੀ ਸੀ। ਦੂਸਰੀ ਇੱਕ ਚੀਜ਼ ਹੈਗੀ ਹੈ ਇੰਸ਼ੋਰੈਂਸ ਲੈਜਿਸਲੇਸ਼ਨ ਵਿੱਚ, ਆਪਾਂ ਉਹਨੂੰ ਕਹਿੰਦੇ ਇਨਕੰਟੈਸਟੇਬਿਲਿਟੀ ਕਲੌਜ਼। ਉਹਦਾ ਮਤਲਬ ਇਹ ਹੈ ਕਿ ਕੋਈ ਵੀ ਤੁਸੀਂ ਪਰਸਨਲ ਲਾਈਫ ਇੰਸ਼ੋਰੈਂਸ ਲੈਂਦੇ ਹੋ, ਕ੍ਰਿਟੀਕਲ ਇੰਸ਼ੋਰੈਂਸ ਲੈਂਦੇ ਹੋ ਜਾਂ ਡਿਸੇਬਿਲਿਟੀ ਇੰਸ਼ੋਰੈਂਸ ਲੈਂਦੇ ਹੋ, ਬਾਈ ਲਾਅ 2 ਸਾਲ ਤੋਂ ਬਾਅਦ ਇੰਸ਼ੋਰੈਂਸ ਕੰਪਨੀ ਕਲੇਮ ਤੁਹਾਡਾ ਡਿਨਾਈ ਕਰ ਹੀ ਨਹੀਂ ਸਕਦੀ, ਈਵਨ ਕਿ ਤੁਸੀਂ ਥੋੜਾ ਝੂਠ ਬੋਲਿਆ ਹੋਏ, ਐਕਸੈਪਟ ਫਰਾਡ। ਜੇ ਤਾਂ ਕੰਪਲੀਟ ਫਰਾਡ ਹੋਏ ਫਿਰ ਗੱਲ ਅਲੱਗ ਹੈ। ਈਵਨ ਜੇ ਥੋੜੀ ਜੀ ਮਿਸਰੈਪ੍ਰੈਜ਼ੈਂਟੇਸ਼ਨ ਹੈਗੀ ਹੈ ਨਾ, ਈਵਨ ਦੈਨ ਉਹ ਕਲੇਮ ਤੁਹਾਡਾ ਡਿਨਾਈ ਕਰ ਹੀ ਨਹੀਂ ਸਕਦੇ, ਬਾਈ ਲਾਅ ਨਹੀਂ ਕਰ ਸਕਦੇ 2 ਸਾਲ ਤੋਂ ਬਾਅਦ, ਕਿਉਂਕਿ ਲਾਅ ਕਹਿੰਦਾ ਹੈ ਕਿ ਇੰਸ਼ੋਰੈਂਸ ਕੰਪਨੀ ਤੁਹਾਡੇ ਕੋਲ 2 ਸਾਲ ਹੈਗੇ ਸੀਗੇ ਸਾਰਾ ਕੁਝ ਚੈੱਕ ਕਰਨ ਦੇ, ਪੁੱਛਣ ਦੇ, ਤੁਸੀਂ ਕੁਝ ਨਹੀਂ ਕੀਤਾ। ਹੁਣ 2 ਸਾਲ ਹੋ ਗਏ, ਹੁਣ ਤੁਸੀਂ ਕਲੇਮ ਨਹੀਂ ਕਹਿ ਸਕਦੇ ਕਿ ਕਲੇਮ ਦੇਣਾ ਨਹੀਂ ਹੈਗਾ। ਹਾਂਜੀ, ਸੋ ਇੱਥੇ ਗੋਇਲ ਸਾਹਿਬ ਇੱਕ ਹੋਰ ਕੁਐਸਚਨ ਆਉਂਦਾ ਦਿਮਾਗ ਦੇ ਵਿੱਚ ਵੀ ਜਦੋਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਆ ਬੜੀਆਂ ਕਾਲਸ ਆਉਂਦੀਆਂ ਆ, ਉਹ ਕਹਿੰਦੇ ਹੁੰਦੇ ਆ ਜੀ ਤੁਸੀਂ ਜਿਹੜਾ ਆ ਇਹ ਸਾਡੇ ਤੋਂ ਪ੍ਰੋਡਕਟ ਜਿਹੜਾ ਲਓ, ਬੰਦਾ ਕਹਿ ਦਿੰਦਾ ਵੀ ਨਹੀਂ ਭਾਈ ਮੈਂ ਤਾਂ ਆਲਰੇਡੀ ਜਿਹੜੀ ਆ ਇਹ ਲਈ ਹੋਈ ਆ ਨਾ, ਮੇਰੇ ਤੇ ਚੱਲਦੀ ਆ, ਉਹ ਫਿਰ ਵੀ ਤੁਹਾਨੂੰ ਫੋਰਸ ਕਰਦੇ ਆ ਕਿ ਨਹੀਂ ਤੁਸੀਂ ਇੱਕ ਵਾਰੀ ਸਾਡੇ ਨਾਲ ਰੀਕਨਸੀਡਰ ਕਰਕੇ ਦੇਖ ਲਓ। ਜਦੋਂ ਤੁਸੀਂ ਇੱਕ ਮੰਨ ਲਓ ਵੀ ਤੁਸੀਂ ਕੀ ਸੁਜੈਸਟ ਕਰਦੇ ਹੋ ਪਰਿਵਾਰਾਂ ਨੂੰ ਕਿ ਕੋਈ ਜਿਹੜੀ ਪਾਲਿਸੀ ਤੁਹਾਡੀ ਜਿਹੜੀ ਆਲਰੇਡੀ 3-4 ਸਾਲ ਚੱਲ ਗਈ ਆ, ਤੁਸੀਂ ਆਲਰੇਡੀ ਪ੍ਰੀਮੀਅਮ ਭਰ ਦਿੱਤਾ 3-4 ਸਾਲ ਦਾ, ਤੇ ਤੁਹਾਨੂੰ ਇਦਾਂ ਜਿਹੜੀ ਸ਼ਿਫਟ ਓਵਰ ਕਰਨੀ ਸਹੀ ਹੁੰਦੀ ਹੈ ਜੀ? ਬਿਲਕੁਲ ਨਹੀਂ ਜੀ, ਬਿਲਕੁਲ ਸ਼ਿਫਟ ਨਹੀਂ ਹੁੰਦੀ। ਹੁਣ ਜਦੋਂ ਮੈਂ ਕਈ ਵਾਰ ਆਪਣੇ ਪਰਿਵਾਰਾਂ ਕੋਲ ਜਾਂਦਾ, ਆਪਣੀ ਪਾਲਿਸੀਜ਼ ਰਿਵਿਊ ਕਰਦਾ ਉਹਨਾਂ ਦੀ, ਉਹਨੂੰ ਪਾਲਿਸੀ ਰਿਵਿਊ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪਿਛਲੀਆਂ ਪਾਲਿਸੀਜ਼ ਕੈਂਸਲ ਕਰਾ ਕੇ ਤੇ ਨਵੀਂ ਪਾਲਿਸੀ ਸ਼ੁਰੂ ਕਰ ਦਿਓ। ਐਬਸੋਲੂਟਲੀ ਨਾਟ। ਇਹ ਇੰਸ਼ੋਰੈਂਸ ਲੈਜਿਸਲੇਸ਼ਨ ਵਿੱਚ ਇੱਕ ਗਲਤ, ਇਨਫੈਕਟ ਇਲੀਗਲ, ਅਨਐਥੀਕਲ ਪ੍ਰੈਕਟਿਸ ਹੈਗੀ ਹੈ ਕਿ ਤੁਸੀਂ ਪੁਰਾਣੀ ਪਿਛਲੀ ਪਾਲਿਸੀ ਕਰਕੇ, ਇਨਫੈਕਟ ਸਾਨੂੰ ਕੀ ਕਰਨਾ ਪੈਂਦਾ, ਸਪੋਜ਼ ਤੁਹਾਡੇ ਕੋਲ ਪਾਲਿਸੀ ਹੈਗੀ ਹੈ, ਜੇ ਮੈਂ ਤੁਹਾਨੂੰ ਕਹੂੰਗਾ ਕਿ ਪਿਛਲੀ ਪਾਲਿਸੀ ਕੈਂਸਲ ਕਰਾ ਕੇ ਤਾਂ ਨਵੀਂ ਕਰ ਰਹੇ, ਉਹ ਮੈਨੂੰ ਫਾਰਮ 'ਚ ਭਰਨਾ ਪੈਂਦਾ ਕਿ ਇਹ ਪਾਲਿਸੀ ਲੈਣ ਵਾਸਤੇ ਮੈਂ ਪਿਛਲੀ ਕੈਂਸਲ ਕਰਾਊਂਗਾ, ਤੇ ਮੈਨੂੰ ਤੁਹਾਨੂੰ ਇੱਕ ਰਿਟਨ ਡਾਕੂਮੈਂਟ ਦੇਣਾ ਪੈਂਦਾ ਕਿ ਹਾਂ ਮੈਂ ਪਿਛਲੀ ਪਾਲਿਸੀ ਕਿਉਂ ਸੁਜੈਸਟ ਕਰ ਰਿਹਾ ਤੁਹਾਨੂੰ ਕੈਂਸਲ ਕਰਾਉਣ ਨੂੰ। ਠੀਕ ਹੈ, ਅਦਰਵਾਈਜ਼ ਇਟਸ ਮੋਸਟ ਕੇਸਿਸ ਵਿੱਚ ਮੈਂ ਨਹੀਂ ਐਡਵਾਈਸ ਕਰਦਾ ਕਿ ਪੁਰਾਣੀਆਂ ਪਾਲਿਸੀਆਂ ਤੁਸੀਂ ਇੰਨੇ ਸਾਲ ਪੈਸੇ ਭਰੇ ਹੋਏ ਆ, ਉਹਨਾਂ ਦਾ ਇਨਕੰਟੈਸਟੇਬਿਲਿਟੀ ਜਿਹੜਾ 2 ਸਾਲ ਦਾ ਪੀਰੀਅਡ ਆਲਰੇਡੀ ਨਿਕਲ ਚੁੱਕਾ ਹੈ, ਉਹ ਕਦੀ ਵੀ ਕੈਂਸਲ ਕਰੋ। ਯੈਸ, ਦੇਰ ਆਰ ਫਿਊ ਕੇਸਿਸ ਆਈ ਹੈਵ ਟੋਲਡ them ਕਿ ਹਾਂ ਤੁਸੀਂ ਪਲੀਜ਼ ਥੋੜਾ ਜਿਹਾ ਇਹਨੂੰ ਰੀਕਨਸੀਡਰ ਕਰੋ, ਕਿਉਂਕਿ ਉਹਨਾਂ ਪੁਰਾਣੀ ਪਾਲਿਸੀਜ਼ ਕਈ ਵਾਰ ਮੈਂ ਕੀ ਦੇਖਿਆ ਬਹੁਤ ਗਲਤੀਆਂ ਹੁੰਦੀਆਂ ਨੇ, ਇੰਨੀ ਕੁ ਗਲਤੀਆਂ ਹੁੰਦੀਆਂ ਕਿ ਉਹਨੂੰ ਫਿਕਸ ਨਹੀਂ ਕਰ ਸਕਦੇ। ਨਾਰਮਲੀ ਜਿੰਨੀ ਵੀ ਕੋਈ ਵੀ ਪੁਰਾਣੀ ਪਾਲਿਸੀ ਹੈ ਉਹਨੂੰ ਤੁਸੀਂ ਪਾਲਿਸੀਜ਼ ਨੂੰ ਫਿਕਸ ਕਰ ਸਕਦੇ ਹੋ, ਕੋਈ ਪ੍ਰੋਬਲਮਸ ਹੈਗੀਆਂ ਉਹਦੇ ਵਿੱਚ ਫਿਕਸ ਹੋ ਸਕਦੀਆਂ, ਉਹਨੂੰ ਕੈਂਸਲ ਕਰਾਉਣ ਦੀ ਲੋੜ ਨਹੀਂ ਹੈਗੀ। ਜਦੋਂ ਤੁਸੀਂ ਮੈਂ ਪਾਲਿਸੀ ਰਿਵਿਊ ਕਰਾਉਂਦੇ ਹੋ ਮੇਰੇ ਤੋਂ, ਮੇਰਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਪਾਲਿਸੀਆਂ ਕੈਂਸਲ ਕਰਾਉਣੀ, ਮੇਰਾ ਮਤਲਬ ਇਹ ਹੈ ਕਿ ਲੈਟਸ ਫਾਈਂਡ ਆਊਟ ਕਿ ਜਿਹੜੀ ਤੁਸੀਂ ਪੁਰਾਣੀ ਪਾਲਿਸੀ ਕਰਾਈ ਹੈ ਇਹਦੇ 'ਚ ਕੋਈ ਗਲਤੀ ਤਾਂ ਨਹੀਂ ਹੈਗੀ, ਉਹ ਆਪਾਂ ਉਹਨੂੰ ਫਿਕਸ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਇੱਕ ਸਭ ਤੋਂ ਪਹਿਲਾਂ ਤੁਸੀਂ ਆਪਣਾ ਫੋਨ ਨੰਬਰ ਜਿਹੜਾ ਹੈ ਜੀ ਸਾਡੇ ਪਰਿਵਾਰਾਂ ਦੇ ਨਾਲ ਜਿਹੜਾ ਤੁਸੀਂ ਸ਼ੇਅਰ ਕਰੋ, ਤੇ ਕਿਉਂਕਿ ਹੁਣ ਅਸੀਂ ਹਰ ਵਕਤ ਵੀਕ ਜਿਹੜਾ ਹੈ ਜੀ ਸ਼ੁੱਕਰਵਾਰ ਨੂੰ ਤੁਹਾਡੇ ਲਈ ਜਿਹੜੀ ਆ ਨੌਲੇਜ, ਐਕਚੁਅਲੀ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕੁਝ ਵੇਚਣ ਆਉਣਾ, ਤੁਹਾਡੇ ਲਈ ਨੌਲੇਜ ਲੈ ਕੇ ਆਇਆ ਕਰਾਂਗੇ। ਉਸ ਨੌਲੇਜ ਦੇ ਵਿੱਚੋਂ ਜਦੋਂ ਤੁਹਾਨੂੰ ਫਿਰ ਕੁਛ ਨਾ ਕੁਛ ਜਿਹੜਾ ਆ ਵਧੀਆ ਲੱਗੇਗਾ ਕਿ ਤੁਸੀਂ ਆਪਣੇ ਆਪ ਹੀ ਜਿਹੜੀ ਅਪਰੋਚ ਆ ਉਹ ਕਰੋਗੇ। ਸੋ ਗੋਇਲ ਸਾਹਿਬ ਇੱਕ ਵਾਰੀ ਨੰਬਰ ਜਿਹੜਾ ਆ ਸਾਡੇ ਪਰਿਵਾਰਾਂ ਦੇ ਨਾਲ ਤੁਸੀਂ ਜ਼ਰੂਰ ਸਾਂਝਾ ਕਰ ਦਿਓ ਜੀ। ਓਕੇ ਜੀ, ਨੰਬਰ ਹੈਗਾ ਜੀ 4162701234, 416 270 1234। ਬਿਲਕੁਲ ਜੀ, ਬੜਾ ਸੌਖਾ ਤੇ ਸੁਖਾਲਾ ਜਿਹੜਾ ਨੰਬਰ ਆ 416 270 1234, 1234 ਪੈ ਜਾਂਦਾ ਹੈ ਪਿਛਲੇ ਪਾਸੇ, ਜਿਹਦਾ ਕਹਿ ਲਓ ਜੀ ਬਹੁਤ ਵਧੀਆ ਨੰਬਰ ਤੁਸੀਂ ਜਿਹੜਾ ਲਿਆ। ਬੀਬਰ ਫਾਈਨੈਂਸ਼ੀਅਲ ਤੋਂ ਸ਼ਗਨ ਗੋਇਲ ਜਿਹੜੀਆਂ ਤੁਹਾਨੂੰ ਕਹਿ ਲਓ ਵੀ ਫਾਈਨੈਂਸ਼ੀਅਲ ਐਡਵਾਈਸ ਤੇ ਨਾਲ ਦੀ ਨਾਲ ਹਰ ਇੱਕ ਇੰਸ਼ੋਰੈਂਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਜਿਹੜੀ ਆ ਪ੍ਰੋਪਰ ਦੇਣਗੇ। ਸੋ ਫਿਰ ਉਹ ਤੋਂ ਬਾਅਦ ਜਿਹੜਾ ਆਪਣਾ ਮਨ ਆ ਉਹ ਤੁਸੀਂ ਬਣਾਉਣਾ ਆ ਕਿ ਤੁਸੀਂ ਕਿਹੜੇ ਪ੍ਰੋਡਕਟ ਲੈਣੇ ਆ, ਕਿਹੜੀਆਂ ਚੀਜ਼ਾਂ ਦਾ ਤੁਸੀਂ ਉਹਦੇ ਵਿੱਚ ਖਿਆਲ ਰੱਖਣਾ, ਕਿਉਂਕਿ ਸਪੈਸ਼ਲਿਸਟ ਦੀ ਰਾਏ ਜਿਹੜੀ ਆ ਉਹ ਲੈਣੀ ਬਹੁਤ ਜ਼ਰੂਰੀ ਹੈ। ਹਾਂਜੀ, ਕਿਉਂਕਿ ਮੈਂ ਇੰਸ਼ੋਰੈਂਸ ਨਹੀਂ ਵੇਚ ਸਕਦਾ ਜੀ, ਕਿਉਂਕਿ ਮੇਰਾ ਕੰਮ ਨਹੀਂ। ਦੇਖੋ ਮੰਗਾ ਭਾਜੀ, ਜਦੋਂ ਆਪਾਂ ਕਿਸੇ ਵੀ ਕੰਮ ਦੀ ਗੱਲ ਕਰਦੇ ਹਾਂ ਨਾ ਆਪਣੀ ਕਮਿਊਨਿਟੀ 'ਚ, ਅਨਫੋਰਚੂਨੇਟਲੀ ਜੇ ਮੈਨੂੰ ਕੋਈ ਡਰਾਈਵਿੰਗ ਦੀ ਕੋਈ ਸੁਜੈਸ਼ਨ ਚਾਹੀਦੀ ਹੈ, ਮੈਂ ਆਪਣੇ ਦੋਸਤ ਨੂੰ ਕਹਿ ਦਾਂਗਾ। ਮੇਰੀ ਵਾਈਫ ਨੂੰ ਡਰਾਈਵਿੰਗ ਸਿਖਾਉਣੀ ਹੈ ਤਾਂ ਮੈਂ ਆਪ ਸਿਖਾਉਣ ਲੱਗ ਜਾਵਾਂਗਾ। ਇੰਸ਼ੋਰੈਂਸ ਦੀ ਹੈ ਮੈਂ ਆਪਣੇ ਗੁਆਂਢੀ ਨੂੰ ਪੁੱਛ ਲਾਂਗਾ। ਮੌਰਗੇਜ ਦੀ
ਕੋਈ ਇਨਫੋਰਮੇਸ਼ਨ ਚਾਹੀਦੀ ਹੈ ਇੱਧਰੋਂ ਉੱਧਰੋਂ ਦੋਸਤਾਂ ਕੋਲ, ਉਹ ਤੁਸੀਂ ਪ੍ਰੋਫੈਸ਼ਨਲ ਨੂੰ ਕਿਉਂ ਨਹੀਂ ਕਾਲ ਕਰਦੇ? ਬਿਲਕੁਲ ਜੀ, ਆਮ ਤੌਰ ਤੇ ਇਹ ਧਾਰਨਾ ਹੁੰਦੀ ਆ ਯਾਰ ਨੰਬਰ ਦੇਈ ਕਿਸੇ ਦਾ ਕਿੱਦਾਂ ਕਰਨੀ ਆ, ਯਾਰ ਉਹ ਮੈਂ ਆਹ ਕੰਮ ਕਰਨਾ, ਮੈਂ ਆਹ ਕਰਨਾ। ਅਸੀਂ ਕਦੀ ਵੀ ਵਾਕਿਆ ਹੀ ਅਸੀਂ ਘਰੇ, ਤੁਸੀਂ ਇਹ ਦੇਖੋ ਡਾਕਟਰ ਵੀ ਅਸੀਂ ਆਪੇ ਘਰੇ ਬਣ ਜਾਂਦੇ ਆ, ਵਿਦਵਾਨ ਵੀ ਅਸੀਂ ਘਰੇ ਬਣ ਜਾਂਦੇ ਆ। ਹੁਣ ਸੋਸ਼ਲ ਮੀਡੀਆ ਨੇ ਤਾਂ ਵਿਦਵਾਨ ਪਤਾ ਨਹੀਂ ਕਿੰਨੇ ਕੁ ਪੈਦਾ ਕਰ ਦਿੱਤੇ ਆ, ਹਰ ਇੱਕ ਬੰਦਾ ਆਪਣਾ ਆਪਣਾ ਗਿਆਨ ਵੰਡੀ ਜਾਂਦਾ। ਮੈਂ ਪਹਿਲਾਂ ਕਹਿੰਦਾ ਜਿਸ ਕਾ ਕੰਮ ਉਸੀ ਕੋ ਸਾਜੇ ਨਾ, ਉਹਨੂੰ ਹੀ ਕਰਨ ਦੇਣਾ ਚਾਹੀਦਾ। ਦੇਖੋ ਲਾਇਸੈਂਸ ਕਿਸੇ ਨੂੰ ਮਿਲਿਆ, ਇਟ ਇਜ਼ ਬਿਕੋਜ਼ ਇਟਸ ਅ ਸੈਪਰੇਟ ਪ੍ਰੋਫੈਸ਼ਨ, ਇਟਸ ਅ ਸਪੈਸ਼ਲਾਈਜ਼ਡ ਫੀਲਡ, ਤਾਂ ਉਹਦਾ ਲਾਇਸੈਂਸ ਹਰ ਇੱਕ ਨੂੰ ਹਰ ਚੀਜ਼ ਨਹੀਂ ਮਿਲ ਜਾਂਦੀ। ਜੇ ਜਨਰਲ ਨੌਲੇਜ ਨਾਲ ਹੀ ਕੰਮ ਸਰਦਾ ਹੁੰਦਾ ਤੇ ਫਿਰ ਠੀਕ ਹੈ, ਲਾਇਸੈਂਸ ਦਾ ਕੋਈ ਮਤਲਬ ਹੁੰਦਾ ਲਾਇਸੈਂਸ ਲੈਣ ਦਾ। ਬਿਲਕੁਲ ਜੀ, ਕਿਉਂਕਿ ਅਸੀਂ ਅਗਲੇ ਵੀਕ ਜਿਹੜਾ ਮੇਰੇ ਮਨ ਨੂੰ ਲੱਗਦਾ ਕਿ ਮੈਂ ਉਹ ਵਿਸ਼ਾ ਰੱਖਾਂ ਗੋਇਲ ਸਾਹਿਬ ਦੇ ਨਾਲ, ਕਿ ਜਦੋਂ ਅਸੀਂ ਤੁਹਾਡੇ ਬੱਚਾ ਘਰੇ ਪੈਦਾ ਹੁੰਦਾ ਹੈ ਰਾਈਟ, ਅਸੀਂ ਬੱਚਿਆਂ ਦੇ ਲਈ RESP ਲੈਂਦੇ ਹਾਂ। ਸੋ ਕਿਉਂਕਿ ਉਹਦੇ ਵਿੱਚ ਮੈਂ ਖੁਦ ਕਹ ਲਓ ਵੀ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਾ ਸੀਗਾ, ਜਦੋਂ ਬਹੁਤ ਸਾਲ ਪੈਸੇ ਬੱਚਿਆਂ ਦੇ ਜਾ ਚੁੱਕੇ ਸੀਗੇ, ਕਿ ਉਹਦੇ ਮੁੱਢਲੇ ਸਾਲਾਂ ਦੇ ਵਿੱਚ ਜਿਹੜੇ ਪੈਸੇ ਆ ਉਹ ਤੇ ਤੁਹਾਨੂੰ ਪਤਾ ਹੀ ਨਹੀਂ, ਕੰਪਨੀਆਂ ਤੁਹਾਡੇ ਕੋਲ ਲੈ ਲੂ ਜਾਂਦੀਆਂ ਨੇ। ਸੋ ਗੋਇਲ ਸਾਹਿਬ ਆਪਾਂ ਅਗਲੇ ਵੀਕ ਜਿਹੜੀ ਆ ਇਹਦੇ ਤੇ ਜ਼ਰੂਰ ਜਿਹੜੀ ਓਪਨ ਹਾਂਜੀ ਡਿਸਕਸ਼ਨ ਕਰਨੀ ਹੈ। ਉਹ ਬਹੁਤ ਵੱਡੀ ਐਕਚੁਅਲੀ ਪ੍ਰੋਬਲਮ ਹੈਗੀ ਹੈ, ਐਡਵਾਈਜ਼ਰਸ ਦੀ ਵੀ ਕਹਾਂਗਾ। ਅਨਫੋਰਚੂਨੇਟਲੀ ਮੇਰੀ ਕਮਿਊਨਿਟੀ ਹੈ, ਲੇਕਿਨ ਉਹ ਬਹੁਤ ਵੱਡੀ ਪ੍ਰੋਬਲਮ ਹੈ। ਲੇਕਿਨ ਆਪਾਂ ਅਗਲੇ ਵੀਕ ਉਹਨੂੰ ਪੂਰਾ ਖੁੱਲ੍ਹ ਕੇ ਦੱਸਾਂਗੇ। ਉਹਨਾਂ ਦੇ ਜਿਹੜੀ ਆਪਾਂ ਐਜੂਕੇਸ਼ਨ ਪਲੈਨਿੰਗ ਹੁੰਦੀ ਉਹ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ, ਕਿਹਦੇ ਨਾਲ ਕਰਨੀ ਚਾਹੀਦੀ ਹੈ, ਤੁਹਾਨੂੰ ਕਿਹੜੇ ਕੁਐਸਚਨ ਪੁੱਛਣੇ ਚਾਹੀਦੇ ਆ ਤੇ ਕਿਹੜੇ ਆਪਣੇ ਐਡਵਾਈਜ਼ਰ ਨੂੰ ਪੁੱਛਣੇ ਚਾਹੀਦੇ। ਔਰ ਅਸੀਂ ਉਹਦੇ ਵਿੱਚ ਇੱਕ ਗੱਲ ਹੋਰ ਵੀ, ਮੈਂ ਜਿਹੜਾ ਮੇਰਾ ਮੇਨ ਕੰਸਰਨ ਹੈ ਉਹਦੇ ਵਿੱਚ ਸਾਡੇ ਪਰਿਵਾਰਾਂ ਨੂੰ ਦੱਸਣਾ ਕਿ ਕਈ ਪਰਿਵਾਰ ਪਤਾ ਕੀ ਕਰਦੇ ਆ, ਉਹ ਸੋਚਦੇ ਆ ਕਿ ਅਸੀਂ RES ਆਪਣੇ ਬੱਚਿਆਂ ਦੇ ਲਈ ਐਜੂਕੇਸ਼ਨ ਪਲਾਨ ਲੈ ਲਿਆ ਤੇ ਅਸੀਂ ਸੁਰਖਰੂ ਹੋ ਗਏ। ਮਿੱਤਰ ਪਿਆਰਿਓ, ਉਹ ਜਦੋਂ ਨਾ ਤੁਹਾਡੇ ਬੱਚੇ ਮੁੱਢਲੀ ਐਜੂਕੇਸ਼ਨਸ ਦੇ ਲਈ ਜਿਹੜੀ ਹੈ ਨਾ ਪ੍ਰਾਇਮਰੀ ਐਜੂਕੇਸ਼ਨ ਯੂਨੀਵਰਸਿਟੀ ਦੀ ਹੁੰਦੀ ਆ, ਉਹਦੇ ਲਈ ਜਾਂਦੇ ਆ, ਉਹ ਤਾਂ ਸਿਰਫ ਉੱਥੇ ਕੇ ਲੱਗ ਜਾਂਦੇ ਆ। ਐਕਚੁਅਲੀ ਜਦੋਂ ਤੁਹਾਡੇ ਬੱਚੇ ਯੂਨੀਵਰਸਿਟੀ ਐਕਚੁਅਲ ਯੂਨੀਵਰਸਿਟੀ ਵਿੱਚ ਮਾਸਟਰ ਕਰਨ ਜਾਂਦੇ, ਫਿਰ ਤੁਹਾਨੂੰ ਪਤਾ ਲੱਗਦਾ ਵੀ ਪੜ੍ਹਾਈ ਕੀ ਹੈ। ਮੈਂ ਸੱਚ ਗੱਲ ਦੱਸ ਰਿਹਾ ਮੰਗਾ ਭਾਜੀ, ਲੋਕਾਂ ਨੂੰ ਅੰਦਾਜ਼ਾ ਹੀ ਨਹੀਂ ਹੈਗਾ ਐਜੂਕੇਸ਼ਨ ਕਿੰਨੀ ਮਹਿੰਗੀ ਹੈ। ਹਾਂਜੀ, ਕਿ ਲੋਕਾਂ ਨੂੰ ਕੁਝ ਨਹੀਂ ਪਤਾ, ਉਹਨਾਂ ਨੂੰ ਲੱਗਦਾ ਕਿ RESP ਕਰਾ ਲਈ ਤੇ ਸਾਰਾ ਖਰਚਾ ਹੋ ਗਿਆ ਜੀ। ਲੇਕਿਨ ਕੁਝ ਨਹੀਂ ਪਤਾ ਕਿ ਉਹ 6 ਮਹੀਨੇ ਚ ਸਾਲ 'ਚ ਹੀ ਸਾਰਾ ਪੈਸਾ ਖਤਮ ਹੋ ਜਾਣਾ। ਹਾਂਜੀ, ਉਹ ਤਾਂ ਕੁਝ ਵੀ ਨਹੀਂ। ਮੈਂ ਤੁਹਾਨੂੰ ਦੱਸਿਆ ਵੀ ਸਾਡੀ ਵੀ ਪਹਿਲਾਂ ਸੋਚ ਇਦਾਂ ਦੀ ਸੀ, ਉਹ ਤਾਂ ਕਹ ਲਓ ਵੀ ਤੁਹਾਡੀਆਂ ਮੁੱਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਕਰਦੇ। ਇੱਦਾਂ ਕਰਾਂਗੇ ਨੈਕਸਟ ਵੀਕ ਆਪਾਂ, ਨੈਕਸਟ ਵੀਕ 1-2 ਵੀਕ ਵਿੱਚ ਮੈਂ ਇਸ RESP ਨੂੰ ਲੈ ਕੇ ਨਾ ਸਾਰੀ ਚੀਜ਼ ਹੌਲੀ ਹੌਲੀ ਇੱਕ ਚੀਜ਼ ਤੁਹਾਨੂੰ ਖੋਲ ਕੇ ਦੱਸਾਂਗਾ। ਬਿਲਕੁਲ ਜੀ, ਕਿਹੜੀ ਕੰਪਨੀਆਂ ਕਿਹੜੇ ਪੁਆਇੰਟ ਚੱਲਾਂਗੇ। ਐਬਸੋਲੂਟਲੀ, ਮੈਂ ਤੁਹਾਨੂੰ ਕੀ ਕਰਾਂਗਾ, ਮੈਂ ਤੁਹਾਨੂੰ ਕੁਐਸਚਨ ਲਿਖ ਕੇ ਦੇਵਾਂਗਾ, ਤੁਸੀਂ ਉਹ ਮੈਨੂੰ ਐਗਜ਼ੈਕਟ ਕੁਐਸਚਨ ਪੁੱਛਿਓ। ਬਿਕੋਜ਼ ਮੈਂ ਜਦੋਂ ਪਰਿਵਾਰਾਂ ਕੋਲ ਜਾਂਦਾ ਨਾ, ਕਈ ਵਾਰ ਮੈਂ ਆਪਣਾ ਮੱਥਾ ਫੜ ਕੇ ਬਹਿ ਜਾਂਦਾ ਕਿ ਕਿਹਨੇ ਕੀਤੀ ਸੀਗੀ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕੀ ਹੈਗਾ, ਕਿੰਨੇ ਦੀ ਕਰਾਈ ਹੈ, ਕਿੰਨੇ ਪੈਸੇ ਮਿਲਣੇ ਹੈ, ਕੀ ਉਹਨਾਂ ਦੀ ਫੀਸ ਜਾ ਰਹੀ ਹੈ, ਕੀ ਉਹਨਾਂ ਦੇ ਪੈਸੇ ਕਢਾਉਣ ਦੇ ਤਰੀਕੇ ਕੀ ਹੈ, ਕੰਪਨੀ ਦੀ ਕੰਡੀਸ਼ਨਸ ਕੀ ਹੈ, ਪਤਾ ਹੀ ਨਹੀਂ ਹੈਗਾ ਕੁਝ। ਬਿਲਕੁਲ ਜੀ। ਸੋ ਆਸ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਤੁਹਾਨੂੰ ਪਸੰਦ ਆਇਆ ਹੋਊਗਾ, ਤੁਹਾਡੀਆਂ ਜਿਹੜੀਆਂ ਆਸਾਂ ਨੇ ਉਹਨਾਂ ਦੇ ਉੱਤੇ ਖਰਾ ਉਤਰਿਆ ਹੋਵੇਗਾ। ਸੋ ਅਗਲਾ ਪ੍ਰੋਗਰਾਮ ਬਹੁਤ ਜਲਦ ਜਿਹੜਾ ਆ ਤੁਹਾਡੇ ਨਾਲ ਅਸੀਂ ਫਿਰ ਰੂਬਰੂ ਕਰਾਂਗੇ। ਸੋ ਤੁਸੀਂ ਕਿਸੇ ਨਹੀਂ ਜਾਣਾ, ਤੁਸੀਂ ਦੇਖਦੇ ਰਹਿਣਾ ਆ ਵਿਜ਼ਨ ਪੰਜਾਬ TV ਨੂੰ। ਸੋ ਕੋਈ ਵੀ ਤੁਹਾਡਾ ਸਵਾਲ ਆ ਜਿਹੜਾ ਇੰਸ਼ੋਰੈਂਸ ਨੂੰ ਲੈ ਕੇ ਆ, ਫਾਈਨੈਂਸ਼ੀਅਲ ਸਿਸਟਮ ਨੂੰ ਲੈ ਕੇ ਆ, ਸੋ ਇੱਕੋ ਇੱਕ ਨੰਬਰ ਜਿਹੜਾ ਹੈ ਤੁਸੀਂ ਸ਼ਗਨ ਗੋਇਲ ਹੋਣਾ ਦੇ ਨਾਲ ਜਿਹੜਾ ਰਾਬਤਾ ਕਾਇਮ ਕਰ ਲੈਣਾ। ਬੜਾ ਸੌਖਾ ਨੰਬਰ ਹੈ ਜੀ, ਤੁਸੀਂ ਇੱਕ ਵਾਰੀ ਦੱਸਿਓ 416 270 1234 416 270 1234 416 270 1234। ਜੇ ਕਦੀ ਵੀ ਲੋੜ ਪਵੇ ਜਾਂ ਤੁਹਾਨੂੰ ਲੱਗੇ, ਤੁਸੀਂ ਸਟੂਡੀਓ ਕਾਲ ਕਰਕੇ ਜਿਹੜਾ ਨੰਬਰ ਲੈ ਸਕਦੇ ਹੋ ਸ਼ਗਨ ਗੋਇਲ ਹੋਣਾ ਦਾ। ਅਗਲੇ ਵੀਕ ਜਿਹੜੀ ਆ ਤੁਹਾਡੇ ਨਾਲ ਅਸੀਂ ਬਿਲਕੁਲ ਲੜੀਵਾਰ ਇੱਕ ਬੱਚਿਆਂ ਦੀ ਜਿਹੜੀ ਐਜੂਕੇਸ਼ਨਸ 'ਤੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ। ਸੋ ਤੁਸੀਂ ਜਿਹੜਾ ਪ੍ਰੋਗਰਾਮ ਦੇ ਨਾਲ ਜੁੜੇ ਰਹੋ। ਅਗਲਾ ਪ੍ਰੋਗਰਾਮ ਲੈ ਕੇ ਬਹੁਤ ਜਲਦ ਤੁਹਾਡੇ ਨਾਲ ਅਸੀਂ ਫਿਰ ਰੂਬਰੂ ਨੇ। ਗੋਇਲ ਸਾਹਿਬ ਪ੍ਰੋਗਰਾਮ ਦੇ ਵਿੱਚ ਆਏ, ਅੱਜ ਆਪਾਂ ਗੱਲਬਾਤ ਕੀਤੀ ਤੇ ਅਗਲੇ ਹਫਤੇ ਆਪਾਂ ਬੱਚਿਆਂ ਦੇ ਜਿਹੜੇ ਐਜੂਕੇਸ਼ਨ ਪਲਾਨਿੰਗ ਕਰਾਂਗੇ। ਸੋ ਦੇਖਦੇ ਰਹੋ ਜੀ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।